ਸਲੋਕ ਮਹੱਲਾ ਪਹਿਲਾ। ਹਉ ਵਿੱਚ ਆਇਆ ਹਉ ਵਿੱਚ ਗਿਆ, ਹਉ ਵਿੱਚ ਜੰਮਿਆ ਹਉ ਵਿੱਚ ਮੁਆ, ਹਉ ਵਿੱਚ ਦਿੱਤਾ ਹਉ ਵਿੱਚ ਲਿਆ, ਹਉ ਵਿੱਚ ਖਟਿਆ ਹਉ ਵਿੱਚ ਗਿਆ, ਹਉ ਵਿੱਚ ਸਚਿਆਰ ਕੂੜਿਆਰ, ਹਉ ਵਿੱਚ ਪਾਪ ਪੁੰਨ ਵਿਚਾਰ, ਹਉ ਵਿੱਚ ਨਰਕ ਸੁਰਗ ਅਵਤਾਰ, ਹਉ ਵਿੱਚ ਹੱਸੈ ਹਉ ਵਿੱਚ ਰੋਵੈ, ਹਉ ਵਿੱਚ ਭਰੀਐ ਹਉ ਵਿੱਚ ਧੋਵੈ, ਹਉ ਵਿੱਚ ਜਾਤੀ ਜਿਨਸੀ ਖੋਵੈ, ਹਉ ਵਿੱਚ ਮੂਰਖ ਹਉ ਵਿੱਚ ਸਿਆਣਾ, ਮੋਖ ਮੁਕਤ ਕੀ ਸਾਰ ਨ ਜਾਣਾ, ਹਉ ਵਿੱਚ ਮਾਇਆ ਹਉ ਵਿੱਚ ਛਾਇਆ, ਹਉਮੈ ਕਰ ਕਰ ਜੰਤ ਉਪਾਇਆ, ਹਉਮੈ ਬੂਝੈ ਤਾਂ ਦਰ ਸੂਝੈ, ਗਿਆਨ ਵਿਹੂਣਾ ਕਥ ਕਥ ਲੂਝੈ, ਨਾਨਕ ਹੁਕਮੀ ਲਿਖੀਐ ਲੇਖ, ਜਿਹਾ ਵੇਖੈ ਤੇਹਾ ਵੇਖ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਸਿੱਖ ਧਰਮ ਦੇ ਬਾਨੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਵਾਰ ਜੋ ਰਾਗ ਆਸਾ ਦੇ ਵਿੱਚ ਹੈ, ਜਿਸ ਦੀ ਆਪਾਂ ਲੜੀਵਾਰ ਵਿਚਾਰ ਸਾਂਝੀ ਕਰਦੇ ਆ ਰਹੇ ਹਾਂ। ਤੇ ਇਸ ਲੜੀ ਦੇ ਤਹਿਤ ਅੱਜ ਆਪਾਂ 7 ਨੰਬਰ ਪੌੜੀ ਦੇ ਨਾਲ ਜੋ 2 ਸਲੋਕ ਆਏ ਨੇ, ਉਹਨਾਂ ਸਲੋਕਾਂ ਵਿੱਚੋਂ ਪਹਿਲੇ ਸਲੋਕ ਦਾ ਪਾਠ ਬੜੇ ਪਿਆਰ ਨਾਲ ਸੁਰਤ ਟਿਕਾ ਕੇ ਸਰਵਣ ਕੀਤਾ ਹੈ, ਜਿਸ ਦੀ ਆਪਾਂ ਵਿਚਾਰ ਸਾਂਝੀ ਕਰਨੀ ਹੈ। ਜਿਵੇਂ ਕਿ ਆਪਾਂ ਪਿਛਲੀਆਂ ਪੌੜੀਆਂ ਦੀ ਜਦੋਂ ਵਿਚਾਰ ਕਰਦੇ ਆ ਰਹੇ ਹਾਂ ਤਾਂ ਇੱਕ ਗੱਲ ਆਪਾਂ ਬਾਰ-ਬਾਰ ਦੁਹਰਾਉਂਦੇ ਹਾਂ, ਤਾਂ ਕਿ ਜਿਹੜੇ ਨਵੇਂ ਸਰੋਤੇ ਰੋਜ਼ ਜੁੜਦੇ ਨੇ ਉਹਨਾਂ ਨੂੰ ਵੀ ਇਹ ਗੱਲ ਸਮਝਣੀ ਸੌਖੀ ਲੱਗੇ ਕਿ ਗੁਰਦੇਵ ਪਿਤਾ ਮਹਾਰਾਜ ਜੀ ਨੇ ਜੋ ਵਿਚਾਰ ਪੌੜੀਆਂ ਵਿੱਚ ਬਖਸ਼ਿਸ਼ ਕੀਤੀ ਹੈ, ਉਸੇ ਵਿਚਾਰ ਨੂੰ ਸਲੋਕਾਂ ਵਿੱਚ ਅੱਗੇ ਤੋਰਿਆ, ਕਿਉਂਕਿ ਗੁਰਦੇਵ ਜੀ ਦੇ ਸਮਝਾਉਣ ਦਾ ਇੱਕ ਤਰੀਕਾ ਹੈ। ਜਿਸ ਵਿਸ਼ੇ ਦੀ ਗੱਲ ਉਹ ਇੱਕ ਸਲੋਕ ਵਿੱਚ ਕਰਦੇ ਨੇ, ਕਈ ਵਾਰੀ 2-2 3-3 4-4 ਸਲੋਕ ਇਕੱਠੇ ਉਸ ਵਿਸ਼ੇ ਨਾਲ ਸੰਬੰਧਿਤ ਗੁਰਦੇਵ ਜੀ ਨੇ ਉਚਾਰਨ ਕੀਤੇ ਨੇ। ਭਾਵੇਂ ਉਹ ਸਲੋਕ ਗੁਰੂ ਅੰਗਦ ਸਾਹਿਬ ਜੀ ਦੇ ਹੋਣ, ਭਾਵੇਂ ਉਹ ਸਲੋਕ ਗੁਰੂ ਨਾਨਕ ਸਾਹਿਬ ਜੀ ਦੇ ਹੋਣ, ਭਾਵੇਂ ਗੁਰੂ ਅਮਰਦਾਸ ਜੀ ਦੇ ਹੋਣ, ਕਿਸੇ ਵੀ ਗੁਰੂ ਪਾਤਸ਼ਾਹ ਜੀ ਨੇ, ਕਿਉਂਕਿ ਜੋ ਤੋਹਾ ਜੁਗਤ ਸਾਏ ਸਹਿ ਕਾਇਆ ਫਿਰ ਪਲਟੀਏ। ਤੋ ਪਾਤਸ਼ਾਹ ਜੀ ਨੇ ਬਹੁਤ ਸੋਹਣੇ ਤਰੀਕੇ ਨਾਲ ਸਾਡੀ ਝੋਲੀ ਵਿੱਚ ਇਹ ਸੋਹਣੀ ਦਾਤ ਪਾਈ ਹੈ, ਜਿਹਦੇ ਨਾਲ ਅਸੀਂ ਆਪਣੇ ਜੀਵਨ ਨੂੰ ਸਚਿਆਰ ਬਣਾ ਸਕੀਏ, ਜਿਹਦੇ ਨਾਲ ਅਸੀਂ ਆਪਣੀ ਜ਼ਿੰਦਗੀ ਨੂੰ ਖੂਬਸੂਰਤ ਬਣਾ ਸਕੀਏ। ਗੁਰਦੇਵ ਪਿਤਾ ਮਹਾਰਾਜ ਜੀ ਨੇ ਜਿਹੜੀ ਗੱਲ ਪੌੜੀ ਵਿੱਚ ਕੀਤੀ ਹੈ, ਸੇਵ ਕੀਤੀ ਸੰਤੋਖੀ ਜਿਨੀ ਸੱਚੋ ਸੱਚ ਧਿਆਇਆ, ਕਿ ਜਿਨ੍ਹਾਂ ਮਨੁੱਖਾਂ ਦੇ ਅੰਦਰ ਸਬਰ ਹੈ, ਸੰਤੋਖ ਹੈ, ਉਹੋ ਹੀ ਉਸ ਮਾਲਕ ਦੀ ਖੂਬਸੂਰਤ ਤਰੀਕੇ ਨਾਲ ਸੇਵਾ ਕਰਦੇ ਨੇ। ਆਪਾਂ ਕੱਲ੍ਹ ਇਸ ਪੌੜੀ ਦੀ ਵਿਚਾਰ ਤੁਹਾਡੇ ਨਾਲ ਸਾਂਝੀ ਕਰ ਚੁੱਕੇ ਹਾਂ, ਜਿਹਦੇ 'ਚ ਗੁਰਦੇਵ ਜੀ ਨੇ ਵਡਿਆਈ ਵੱਡਾ ਪਾਇਆ, ਵਡਿਆਈਆਂ ਦੁਆਰਾ ਹੀ ਉਸ ਵੱਡੇ ਦੀ ਪ੍ਰਾਪਤੀ ਹੁੰਦੀ ਹੈ। ਅਤੇ ਵਡਿਆਈ ਦਾ ਮੇਨ ਭਾਵ ਹੀ ਇਹੋ ਹੈ ਕਿ ਮਨੁੱਖ ਆਪਣੀ ਜ਼ਿੰਦਗੀ ਵਿੱਚ ਸਬਰ ਸੰਤੋਖ ਲੈ ਕੇ ਆਪਣੀ ਜ਼ਿੰਦਗੀ ਨੂੰ ਖੂਬਸੂਰਤ ਤਰੀਕੇ ਨਾਲ ਬਤੀਤ ਕਰੇ। ਪਾਤਸ਼ਾਹ ਜੀ ਨੇ ਸਲੋਕ ਵਿੱਚ ਵਿਚਾਰ ਬਖਸ਼ਿਸ਼ ਕੀਤੀ ਹੈ, ਨਾਨਕ ਹੁਕਮੀ ਲਿਖੀਐ ਲੇਖ, ਜਿਹਾ ਵੇਖੈ ਤੇਹਾ ਵੇਖ। ਨਾਨਕ ਹੁਕਮੀ ਲਿਖੀਐ ਲੇਖ, ਹੁਕਮ ਦੁਆਰਾ ਹੀ ਲੇਖ ਲਿਖਿਆ ਜਾਂਦਾ। ਭਾਵ ਜਿਵੇਂ ਆਪਾਂ ਪਿੱਛੇ ਸਰਵਣ ਕਰਦੇ ਆ ਰਹੇ ਹਾਂ ਕਿ ਪਰਮੇਸ਼ਰ ਦਾ ਹੁਕਮ ਸਮੁੱਚੀ ਕਾਇਨਾਤ ਉੱਤੇ ਇੱਕੋ ਜਿਹਾ ਲਾਗੂ ਹੈ, ਭਾਵੇਂ ਜੀਵ ਹੈ, ਮਨੁੱਖ ਹੈ, ਭਾਵੇਂ ਕੋਈ ਫਲ ਹੈ, ਕੋਈ ਦਰਖਤ ਹੈ, ਕੋਈ ਪਸ਼ੂ ਹੈ, ਕੋਈ ਪੰਛੀ ਹੈ, ਹੁਕਮ ਸਾਰਿਆਂ 'ਤੇ ਬਰਾਬਰ ਲਾਗੂ ਹੈ। ਪਰ ਸਮਝਾਇਆ ਇਸ ਮਨੁੱਖ ਨੂੰ ਗਿਆ, ਕਿਸੇ ਜੀਵ ਜੰਤੂ ਨੂੰ ਨਹੀਂ ਸਮਝਾਇਆ ਗਿਆ।
क्योंकि जिहड़ा हौमे है ना, हौमे आई मनुख दे हिस्से है, किसी होर जीव जंतु दे हिस्से हौमे आई नहीं, क्योंकि इहदा वाक गुरदेव ने बाणी च बहुत सोहणे तरीके नाल उचारण कीता है कि हौमे रोग मानुख को दीना। जदों इदां रोगां दी गल कीती है तो हौमे की जदों गिनती आई, हौमे कल्ली मनुख दे विच है, किसी होर जीव जंतु विच ये नहीं है। हौं मैं आ कीता है। तो जिहड़ी हौं मैं है ना, ये किते ना किते इंसान का नुकसान करती है। जिहड़ी हौं विच है, भाव हौमे है, ये मनुख नूं कई वारी सीखण नहीं दिंदी, तरक्की विच बहुत वड्डी कई वारी रुकावट खड़ी हो जाती है। कई वारी पता हुंदा भी आह गल मेरे नालों बंदे ने सियाणी कही है, पर विच हौमे करके बंदा सीखण नूं तैयार नहीं। पातशाह जी इत्थे बख्शिश कर, नानक हुक्मी लिखी है लेख, हे नानक उहदे हुक्म द्वारा ही ये लेख सारियां दे मत्थे ते लिखिया होया है। जिहा वेखें तिहा वेख। जिहा वेखे दा अर्थ की है, जिद्दां दी इंसान दी नीयत है, वेखें जिद्दां दा वेखदा है, जिद्दां दा उहदा लोकां नाल विहार है, तिहा वेख दा अर्थ है उदां दा उहदा अंदरला स्वरूप बन जाता है। इत्थे बाहरले स्वरूप की गल नहीं हो रही, अंदरले स्वरूप की गल हो रही है। जिद्दां दी नीयत हुंदी है उदां दा मनुख अंदरों बन जाता है। तो नीयत बंदे दे संस्कारां ते डिपेंड करदी है। जिद्दां दे अंदर बंदे दे संस्कार इकट्ठे होए ने, उदां दी नीयत होएगी। जिद्दां दी नीयत होएगी उदां दे बंदे दी अंदर दी शक्ल होएगी। ते अंदर दी शक्ल पहचाननी बहुत औखी हुंदी कई वारी। बाहर दी शक्ल ते तुसीं एक सैकेंड मिनट विच दस दिंदे हो कि इहदी स्किन चिट्टी है, इहदा रंग सांवला है, इहदे नैन नक्श टेढ़े ने, तिखे ने, तुसीं दस दिंदे हो। पर अंदर दा स्वरूप बाणी च, क्योंकि रूप दो आए ने बाणी च, मैं पत की पंध ना करनी की कार हाँ बिगड़िया रूप। वो किहड़ा रूप है जिहड़ा मनुख सच दे रस्ते ते ना तुरन करके अपना विगाड़ लैंदा है? वो रूप अंदरला है। जिहा वेखें तिहा वेख। जिद्दां दे बंदे दे संस्कार ने, इदां कह लो जिद्दां दी बंदे दी नीयत है, जिद्दां दा बंदा लोकां नाल विहार करदा है, उदां दी उहदी अंदर दी शख्सियत शक्ल बन जाती है। तो फिर उदां दा ही लेख लिखिया जाना है। हुण लेख गलत थोड़ा लिखिया, लेख तेरे संस्कारां मुताबक लिखिया जा रहा है। क्योंकि दद्दै दोष न देऊँ किसे दोष क्रम अपने, जो मैं किया सो मैं पाया दोष न दीजिए वर्जना। जो धर्म कमावे तिस धर्म ना होवे। ना माता दे गर्भ चों को धर्मी पैदा हुंदा है, ना माता दे गर्भ चों कोई पापी पैदा हुंदा है। उहदे संस्कार, उहदा सुभाਅ, उहदा आचरण, उहदा किरदार, उहदा करैक्टर उहनूं धर्मी बनाउंदा है, उहदा करैक्टर उहनूं अधर्मी ते पापी बनाउंदा है। जो धर्म कमावे तिस धर्म ना होवे। पाप कमाना है पापी जानी है। जिहा वेखें दा अर्थ की है? जिद्दां दा बंदा वेखदा है। जिद्दां वेखण दा अर्थ है जिद्दां दी बंदे दी नीयत है। नीयत ते बंदे दे अपने हत्थ वस है ना। तुसीं एक दूजे की नीयत थोड़ा चेंज कर सकते हो। जिद्दां एक दूजे की नीयत चेंज की जाती होंदी तो बहुत कुछ हो जाना सी। फिर चंगिया बंदियां दे माड़ियां दी नीयत चेंज कर देनी सी। इक्को ही तो चीज़ है जिहड़ी बंदा अपनी खुद आप चेंज कर सकता। वो बंदा अपना सुभाਅ, अपने विचार, अपने ख्यालात खुद चेंज कर, दूजा नहीं कर सकता। कमाल की गल वेखो, तुसीं धक्के नाल किसी दे कपड़े भी गल पा सकते हो, बन के धक्के नाल कपड़े पा दोगे। खाना तुसीं धक्के नाल खवाउण दी कोशिश करो, हो सकदा एक दी बुरकी धक्के नाल खवा दिओ, पर विचार नहीं तुसीं धक्के नाल किसी दे चेंज कर सकते। धक्के नाल चेंज नहीं, ये गल विचार बंदे ने खुद आप चेंज अपने करने। हो सकदा धक्के नाल तुसीं बन बुन के एक दी बुरकी उहदे मूँह च धक्क दिओ, पर इदां जे हुंदा होवे कि धक्के नाल विचार भी चेंज हुंदे, फिर तो दुनिया ते बहुत कुछ वापर सकदा। इक्को ही चीज़ है जिहड़ी नीयत, संस्कार जिहड़े खुद बंदे दे अपने हत्थ विच है। ये तां ही पातशाह नूं कहना पिया सी कि ਜਿਹੜੇ ਪੰਜਾਂ ਵਿਕਾਰਾਂ ਦਾ ਪ੍ਰਭਾਵ ਜਦੋਂ ਇਨਸਾਨ ਤੇ ਪੈਂਦਾ, ਉਹਨਾਂ ਤੋਂ ਨਾ ਮਾਂ ਬਚਾ ਸਕਦੀ ਹੈ, ਨਾ ਪਿਓ ਬਚਾ ਸਕਦਾ ਹੈ, ਨਾ ਭੈਣ ਬਚਾ ਸਕਦੀ ਹੈ, ਨਾ ਪਤਨੀ ਬਚਾ ਸਕਦੀ ਹੈ, ਨਾ ਬੱਚੇ, ਨਾ ਪਿਤਾ, ਕੋਈ ਵੀ ਨਹੀਂ ਬਚਾ ਸਕਦਾ। ਉਹ ਤੋਂ ਖੁਦ ਆਪਣੇ ਆਪ ਨੂੰ ਆਪ ਬਚਾਉਣਾ ਪਿਆ। ਉਨ ਤੇ ਰਾਖੈ ਬਾਪ ਨਾ ਮਾਈ, ਉਨ ਤੇ ਰਾਖੈ ਮੀਤ ਨਾ ਭਾਈ। ਦਰਬ ਸਿਆਣਪ ਨਾ ਹੋਏ ਰਹਤੇ, ਇੱਕੋ ਹੀ ਥਾਂ ਸਾਧ ਸੰਗ ਦੁਸ਼ਟ ਵਸ ਹੋਤੇ। ਸਾਧ ਕੌਣ ਹੈ? ਗੁਰੂ ਸਾਧੂ ਗੁਰੂ ਦਾ ਸੰਗ ਕੀਤਿਆਂ ਉਹਨਾਂ ਦੁਸ਼ਟਾਂ ਨੂੰ ਵਸ ਕੀਤਾ ਜਾ ਸਕਦਾ ਜਿਹੜੇ ਇਹਦੇ ਅੰਦਰ ਦੀ ਸ਼ਖਸੀਅਤ ਵਿਗਾੜਦੇ ਨੇ।
ਜਿਹਾ ਵੇਖੈ ਤਿਹਾ ਵੇਖ। ਨਾਨਕ ਹੁਕਮੀ ਲਿਖੀਐ ਲੇਖ। ਹੁਣ ਜਿਹੜਾ ਹੁਕਮੀ ਲਿਖੀਐ ਲੇਖ ਹੈ ਨਾ, ਹੁਕਮ ਸਾਰਿਆਂ ਤੇ ਬਰਾਬਰ ਲਾਗੂ ਹੈ। ਤੇਰੇ ਨੀਅਤ ਕਰਕੇ ਲੇਖ ਉੱਦਾਂ ਦਾ ਲਿਖਿਆ ਗਿਆ। ਬਸ ਆਹ ਚੇਤਾ ਰੱਖਣਾ, ਹੁਕਮ ਸਾਰਿਆਂ ਤੇ ਬਰਾਬਰ ਲਾਗੂ ਸੀ, ਤੇਰੀ ਨੀਅਤ ਕਰਕੇ ਲੇਖ, ਹੁਣ ਤੇਰੀ ਨੀਅਤ ਮਾੜੀ ਤੇ ਲੇਖ ਮਾੜਾ, ਨੀਅਤ ਚੰਗੀ ਤੇ ਲੇਖ ਚੰਗਾ, ਤੇਰੇ ਸੰਸਕਾਰ ਚੰਗੇ ਤੇ ਲੇਖ ਚੰਗਾ, ਤੇਰੇ ਸੰਸਕਾਰ ਮਾੜੇ ਤੇ ਲੇਖ ਮਾੜਾ। ਕਰਲੀ ਕਾਗਜ਼ ਜੋ ਨਾ ਮਨ ਮਸਵਾਣੀ ਹੈ, ਬੁਰਾ ਭਲਾ ਦੋਈ ਲੇਖ ਪਾਏ। ਦੋ ਆਰਟੀਕਲ ਨੇ, ਬੁਰਾ ਤੇ ਭਲਾ। ਜਿਉਂ ਜਿਉਂ ਕਿਰਤ ਚਲਾਏ, ਜਿੱਦਾਂ ਜਿੱਦਾਂ ਬੰਦੇ ਨੂੰ ਕਿਰਤ ਸੁਭਾਅ ਚਲਾਉਂਦਾ ਤਿਉਂ ਚੱਲੀਏ, ਤੋ ਗੁਣਾ ਹੀ ਅੰਤ ਹਰੇ। ਤੋ ਪਾਸ਼ਾ ਇੱਥੇ ਬੜਾ ਪਿਆਰਾ ਬਚਨ ਕਰਦੇ ਨੇ, ਨਾਨਕ ਹੁਕਮੀ ਲਿਖੀਐ ਲੇਖ, ਜਿਹਾ ਵੇਖੈ ਤਿਹਾ ਵੇਖ। ਪੌੜੀ ਦੇ ਨਾਲ ਰੱਖਿਓ, ਸੇਵ ਕੀਤੀ ਸੰਤੋਖੀ, ਜਿਨੀ ਸੱਚੋ ਸੱਚ ਧਿਆਇਆ। ਉਨੀ ਮੰਦੇ ਪੈਰ ਨਾ ਰੱਖਿਓ। ਜਿਹੜਾ ਸਬਰ ਵਾਲਾ ਬੰਦਾ ਹੈ ਨਾ, ਉਹ ਫਿਰ ਮੰਦੇ ਬੰਨੇ ਪੈਰ ਨਹੀਂ ਰੱਖਦਾ। ਉਹ ਫਿਰ ਜਿਹਾ ਵੇਖੇ, ਉਹ ਆਪਣੀ ਨੀਅਤ ਮਾੜੀ ਹੋਏਗੀ ਤੇ ਮੰਦੇ ਪੈਰ ਰੱਖੇਗਾ ਨਾ। ਉਹ ਨਹੀਂ ਮੰਦੇ ਪੈਰ ਕਰ ਸੋਕ੍ਰਿਤ ਧਰਮ ਕਮਾਇਆ। ਭਲਾ ਕੰਮ ਕਰਕੇ, ਸੋਕ੍ਰਿਤ ਨਹੀਂ ਚੰਗਾ ਭਲਾ ਕੰਮ ਕਰਕੇ ਆਪਣਾ ਉਹ ਧਰਮ ਕਮਾਉਂਦਾ, ਆਪਣਾ ਫਰਜ਼ ਨਿਭਾਉਂਦਾ ਹੈ। ਉਹਨੇ ਦੁਨੀਆ ਤੋੜੇ ਬੰਧਨ। ਉਹ ਦੁਨੀਆ ਦੇ ਉਹਨਾਂ ਬੰਧਨਾਂ ਵਿੱਚ ਨਹੀਂ ਹੈ ਜਿਹੜੇ ਬੰਧਨ ਉਹਨੂੰ ਉਹਦੀ ਸ਼ਖਸੀਅਤ ਵਿਗਾੜਦੇ ਹੋਣ। ਉਹ ਬੰਧਨ ਜਿਹੜੇ ਲੇਖ ਗਲਤ ਬਣਾਉਂਦੇ ਹੋਣ ਤੇ ਬਾਅਦ ਵਿੱਚ ਮੁੜ ਕੇ ਬੰਦਾ ਕੁਛ ਲੇਖਾਂ 'ਚ ਇੰਝ ਲਿਖਿਆ ਰੱਬ ਨੇ। ਰੱਬ ਨਹੀਂ ਲਿਖਦਾ ਲੇਖਾਂ 'ਚ ਕਿਤੇ। ਫਿਰ ਬੰਦਾ ਤਾਂ ਮੁਕਤ ਹੋ ਗਿਆ, ਲੇਖ ਖੁਦ ਬੰਦਾ ਖੁਦ ਆਪ ਲਿਖਦਾ। ਯਾਦ ਰੱਖਣਾ, ਜਿਹੜੀ ਕਿਸਮਤ ਹੈ ਨਾ, ਕਿਸਮਤ ਲੇਖ ਭਾਗ ਇਹ ਬੰਦੇ ਦੇ ਆਪਣੇ ਹੱਥ ਵੱਸ ਹੈ। ਤੁਸੀਂ ਇੰਟਰਨੈਟ 'ਤੇ ਵੇਖਿਓ, ਕਈ ਬੰਦੇ ਬਿਲਕੁਲ ਅਪਾਹਜ ਹੋਣਗੇ, ਉਹ ਕੰਮ ਕਰਦੇ ਹੋਣਗੇ। ਕਈ ਅੱਜ ਕੱਲ੍ਹ ਤਾਂ ਸੋਸ਼ਲ ਮੀਡੀਆ ਦਾ ਯੁੱਗ ਹੈ, ਕਈ ਬੰਦਿਆਂ ਦੀ ਇੱਕ ਲੱਤ ਕੰਮ ਨਹੀਂ ਕਰਦੀ, ਰਿਕਸ਼ਾ ਚਲਾ ਰਹੇ ਨੇ, ਹੱਥ ਕੰਮ ਨਹੀਂ ਕਰਦੀ, ਫਿਰ ਵੀ ਉਹ ਕੰਮ ਕਰ ਰਹੇ ਨੇ। ਬੜੇ ਇੱਕ ਦਿਨ ਮੈਂ ਕੱਲ੍ਹ ਇੱਕ ਵੀਡੀਓ ਵੇਖ ਰਿਹਾ ਸੀ, ਉਹ ਅਪਾਹਜ ਬੰਦਾ ਹੈ, ਉਹ ਪੇਂਟ ਕਰ ਰਿਹਾ, ਪੈਰ ਦੇ ਵਿੱਚ ਬਰਸ਼ ਲਾ ਕੇ ਪੇਂਟ ਕਰ ਰਿਹਾ। ਤਾਂ ਵੀਡੀਓ ਲੋਕ ਸ਼ੇਅਰ ਕਰ ਰਹੇ ਨੇ ਵੀ ਵੇਖੋ, ਹੱਥਾਂ ਵਾਲੇ ਭੀਖ ਮੰਗ ਰਹੇ ਨੇ ਤੇ ਜਿਹਦੇ ਬੰਦੇ ਦੇ ਹੱਥ ਪੈਰ ਕੰਮ ਨਹੀਂ ਕਰਦੇ ਉਹ ਕੰਮ ਕਰ ਰਹੇ। ਹੁਣ ਉਹਨੇ ਦੱਸਤਾ ਵੀ ਉਹਨੇ ਕਿਸਮਤ ਉਹਨੇ ਬਦਲ ਦਿੱਤੀ ਆਪਣੀ। ਤੇ ਕਈ ਕਿਸਮਤ ਨੂੰ ਰੋਂਦੇ ਰਹਿੰਦੇ, ਭਾਗ ਮਾੜੇ। ਇਹ ਮੈਂ ਗੱਲ ਕਈ ਵਾਰੀ ਦੱਸੀ ਹੈ ਵੀ ਕਈ ਬੰਦੇ ਦੁਕਾਨ ਕਿਰਾਏ 'ਤੇ ਲੈ ਕੇ ਵੀ ਚੰਗਿਆਂ ਭਲਿਆਂ ਸਕੂਲਾਂ 'ਚ ਆਪਣੇ ਬੱਚੇ ਪੜ੍ਹਾ ਰਹੇ ਨੇ। ਤੇ ਕਈਆਂ ਦਾ ਆਪਣੀ ਫੈਕਟਰੀ ਹੁੰਦੀ ਹੈ, ਆਪਣਾ ਕਾਰੋਬਾਰ ਹੁੰਦਾ, ਆਪਣਾ ਬਿਜ਼ਨਸ ਹੁੰਦਾ, ਫਿਰ ਵੀ ਫਾਹ ਲੈਣ ਨੂੰ ਤੁਰ ਪੈਂਦੇ ਨੇ। ਤੇ ਕਈਆਂ ਦੀ 100 ਕਿੱਲੇ ਜ਼ਮੀਨ ਹੁੰਦੀ ਹੈ ਤਾਂ ਵੀ ਫਾਹ ਲੈਣ ਤੁਰ ਪੈਂਦੇ ਨੇ। ਕਈ ਦੂਜਿਆਂ ਦੀਆਂ ਠੇਕਿਆਂ 'ਤੇ ਲੈ ਕੇ ਵੀ ਵਾਹੀ ਕਰਕੇ ਉਹ ਆਪਣੇ ਬੱਚੇ ਪੜ੍ਹਾ ਰਹੇ ਹੁੰਦੇ ਨੇ। ਆ ਪੰਜਾਬ ਵਿੱਚ ਮੈਂ ਵੇਖਿਆ ਕਈ ਮੁਸਲਮਾਨ ਭਰਾ ਬਾਹਰ ਦੂਜੀਆਂ ਸਟੇਟਾਂ 'ਚ ਆਣ ਕੇ ਇੱਥੇ 10-10, 20-20, 30-30 ਕਿੱਲੇ ਲੈ ਕੇ ਉਹ ਸਬਜ਼ੀਆਂ ਲਾ ਕੇ ਉਹ ਆਪਣੇ ਵਧੀਆ ਗੁਜ਼ਾਰਾ ਕਰ ਰਹੇ ਨੇ। ਇਹਦਾ ਮਤਲਬ ਉਹਨੂੰ 4 ਪੈਸੇ ਬਚਦੇ ਤੇ ਵਾਹੀ ਕਰਦੇ ਆ ਨਾ। ਤੇ ਕਈਆਂ ਨੇ ਇੱਕ ਕਿਸਮਤ ਮਾੜੀ, ਸਾਡੇ ਭਾਗਾਂ 'ਚ ਇੰਝ ਲਿਖਿਆ। ਜਿਹੜੇ ਇੱਦਾਂ ਦੇ ਰੋਂਦੇ ਬੰਦੇ ਆ ਨਾ, ਉਹ ਕਿਸੇ ਦੇਸ਼ 'ਚ ਵੀ ਚੱਲ ਜਾਣ, ਰੋਣਾ ਧੋਣਾ ਮੁੱਕਣਾ ਹੀ ਨਹੀਂ ਉਹਨਾਂ ਦਾ। ਕਿਉਂਕਿ ਜਿਹੜੇ ਲਾਹੌਰ ਭੈੜੇ, ਉਹ ਪਿਸ਼ੌਰ ਵੀ ਭੈੜੇ। ਉਹਨੀ ਦੁਨੀਆ ਤੋੜੇ ਬੰਧਨਾ, ਅੰਨ ਪਾਣੀ ਥੋੜਾ ਖਾਇਆ, ਤੂੰ ਬਖਸ਼ੀਸ਼ੀ ਅਗਲਾ ਨਿਤ ਦੇਵੇਂ ਚੜ੍ਹਿਆ ਸਵਾਇਆ। ਵਡਿਆਈ ਵੱਡਾ ਪਾਇਆ। ਉਹਨਾਂ ਵਡਿਆਈ ਦੁਆਰਾ ਆਹ ਹੈ ਵਡਿਆਈ। ਹਰੇ ਰਾਮਾ ਹਰੇ ਕ੍ਰਿਸ਼ਨਾ, ਵਾਹਿਗੁਰੂ ਵਾਹਿਗੁਰੂ ਰਾਮ ਰਾਮ ਅੱਲਾ ਅੱਲਾ ਕਰਨਾ। ਜੇ ਵਡਿਆਈ ਹੁੰਦੀ ਇੱਦਾਂ ਤੇ ਬੜੀ ਹੋ ਰਹੀ ਦੁਨੀਆ 'ਤੇ, ਅੱਧੀ ਅੱਧੀ ਰਾਤ ਉੱਠ ਕੇ ਦੁਨੀਆ ਕਰਦੀ ਹੈ। ਆਹ ਵਡਿਆਈ ਹੈ, ਤੇਰੇ ਸੁਭਾਅ 'ਚੋਂ ਦੱਸਣੀ ਹੈ। ਨਾਨਕ ਹੁਕਮੀ ਲਿਖਿਆ ਲੇਖ, ਜਿਹਾ ਵੇਖੈ। ਜਿੱਦਾਂ ਦੀ ਤੇਰੀ ਨੀਅਤ ਹੈ ਤਿਹਾ ਵੇਖ, ਉੱਦਾਂ ਦੇ ਤੇਰੀ ਸ਼ਕਲ, ਤੇਰਾ ਅੰਦਰ ਦਾ ਸਰੂਪ ਬਣ ਜਾਣਾ ਹੈ। ਤੇਰੀ ਅੰਦਰ ਦੀ ਸ਼ਖਸੀਅਤ ਬਣ ਜਾਣੀ ਹੈ, ਜਿੱਦਾਂ ਦੀ ਤੇਰੀ ਨੀਅਤ ਹੋਈ। ਨਾਨਕ ਹੁਕਮੀ ਲਿਖੀਏ ਲੇਖ, ਉਹਦਾ ਹੁਕਮ ਸਾਰਿਆਂ 'ਤੇ ਬਰਾਬਰ ਇੱਕ ਰਸ ਲਾਗੂ ਹੈ। ਹੁਕਮ ਦੁਆਰਾ ਲੇਖ ਲਿਖਿਆ ਜਾਣਾ। ਤਾਂ ਪਾਤਸ਼ਾਹ ਇੱਥੇ ਬਖਸ਼ਿਸ਼ ਕਹਿੰਦੇ ਨੇ, ਹਉ ਵਿੱਚ ਦੇ ਚੱਚੇ ਨੂੰ ਸਿਹਾਰੀ ਹੈ। ਵਿੱਚ ਦਾ ਅਰਥ ਹੈ ਮਨ। ਹਉ ਵਿੱਚ, ਕਿੱਥੇ ਵਿੱਚ? ਮਨ ਵਿੱਚ। ਜਦੋਂ ਤੱਕ ਮਨ ਵਿੱਚ ਹਉ ਟਿਕੀ ਹੈ, ਹਉਮੈ ਟਿਕੀ ਹੈ, ਹਉ ਵਿੱਚ ਆਇਆ, ਹਉ ਵਿੱਚ ਗਿਆ। ਇਹ ਕਿੱਥੇ ਆਇਆ ਗਿਆ ਜੀ? ਇਹ ਨਹੀਂ ਵੀ ਹਉਮੈ ਵਿੱਚ ਪਿੱਛੋਂ ਆਇਆ ਹੈ। ਨਾ ਨਾ ਨਾ, ਪਿੱਛੋਂ ਕਿੱਥੋਂ ਆਉਣਾ? ਹੁਣ ਕਿਹੜੇ ਜੀਵ ਨੂੰ ਹਉਮੈ ਸੀ ਜਦੋਂ ਪਿਛਲੇ ਜਨਮ 'ਚ ਕੋਈ ਹਉਮੈ ਤਾਂ ਉਹਨੂੰ ਜਨਮ ਮਿਲਿਆ ਇੱਥੇ। ਜਦੋਂ ਇੱਥੇ ਮਨੁੱਖਾ ਦੇ ਤੇ ਤਾਂ ਮਿਲੀ, ਪਿਛਲੀਆਂ ਜੂਨਾਂ ਭੋਗ ਆਇਆ। ਤੇ ਫਿਰ ਜੇ ਆਪਾਂ ਕਹੀਏ ਹਉ ਵਿੱਚ ਆਇਆ, ਹਉਮੈ ਵਿੱਚ ਹੀ ਆਇਆ, ਹੁਣ ਪਿੱਛੇ ਕਿਹੜੀ ਹਉਮੈ ਕਰਕੇ ਪਿੱਛੋਂ ਆ ਗਿਆ? ਸੱਪ 'ਚ ਹਉਮੈ ਸੀ, ਕਾਂ ਕੁੱਤੇ ਬਿੱਲੀ 'ਚ ਹਉਮੈ ਸੀ, ਇੱਥੇ ਕਿੱਦਾਂ ਆ ਗਿਆ? ਫਿਰ ਆਪਾਂ ਕਹਿੰਦੇ ਪਿੱਛੋਂ ਉਹ ਸਾਰਾ ਕੁਝ ਨਿਬੇੜ ਕੇ ਤਾਂ ਹੀ ਤਾਂ ਇੱਥੇ ਮਨੁੱਖਾ ਸਰੀਰ ਲੈ ਕੇ ਆਇਆ ਹੈ। ਪਿਛਲੀਆਂ ਜੂਨਾਂ 'ਤੇ ਭੋਗ ਆਇਆ ਸਾਰੀਆਂ। ਤੇ ਜੇ ਪਿਛਲੇ ਸੰਸਕਾਰ ਫਿਰ ਨਾਲ ਹੀ ਆਉਣੇ ਨੇ
मतलब मान लो पिछले ਹੁਣ ਕਹਿਣਗੇ ਪਿਛਲੇ ਕਰਮਾਂ ਦੀ ਸਜ਼ਾ ਹੀ ਆ। ਹੁਣ ਤੁਸੀਂ ਵੇਖੋ ਜਿਹੜੇ ਆ ਸੰਪਰਦਾਇ ਡੇਰੇਦਾਰ ਤਾਂਤਰਿਕ ਬਾਬੇ ਜੋਤਸ਼ੀ ਪਾਂਦੇ ਸਿਆਣੇ ਬ੍ਰਹਮ ਗਿਆਨੀ ਜੋ ਵੀ ਲੋਕਾਂ ਨੂੰ ਇੱਦਾਂ ਡਰਾਉਂਦੇ ਆ ਉਹ ਇੱਦਾਂ ਨਹੀਂ ਕਿਤੇ ਪਿਛਲੇ ਕਰਮਾਂ ਦੀ ਸਜ਼ਾ। ਹੁਣ ਮੰਨ ਲਓ ਜੇ ਇੱਥੇ ਵੀ ਬੰਦੇ ਦੀ ਕੋਈ ਲੱਤ ਬਾਂਹ 'ਚ ਪ੍ਰੋਬਲਮ ਆ ਤੇ ਕਿਹੜੇ ਕਰਮ ਦੀ ਸਜ਼ਾ ਜੀ? ਪਿੱਛੇ ਕਿਹੜੀ ਜੂਨ 'ਚ ਉਹਨੇ ਗੁਨਾਹ ਕੀਤਾ ਸੀ? ਬਿੱਲੀ ਬਣ ਕੇ ਚੋਰੀ ਕੀਤੀ ਸੀ, ਕੁੱਤਾ ਬਣ ਕੇ ਦੁੱਧ ਪੀ ਗਿਆ ਹੈ ਕਿਸੇ ਦਾ? ਕਿਹੜੀ ਜੂਨ 'ਚ ਉਹਨੇ ਕੋਈ ਗਲਤੀ ਕੀਤੀ ਜਿਹਦੀ ਸਜ਼ਾ ਉਹਨੂੰ ਮਨੁੱਖ ਬਣ ਕੇ ਮਿਲ ਰਹੀ ਫਿਰ ਦੁਬਾਰਾ? ਹੁਣ ਕਿਹਦੀ ਅਪੋਲੀਓ ਹੈ, ਜਿਹੜੇ ਅਪੰਗ ਬੱਚੇ ਪੈਦਾ ਹੁੰਦੇ ਸੀ ਪਹਿਲਾਂ। ਤੁਸੀਂ ਵੇਖੋ ਇੱਥੇ ਆਮ ਹੀ ਕਿਹਾ ਜਾਂਦਾ ਸੀ ਪਿਛਲੇ ਕਰਮਾਂ ਦੀ ਸਜ਼ਾ ਭਾਈ, ਪਿਛਲੇ ਕਰਮਾਂ ਦੀ ਸਜ਼ਾ। ਤੁਸੀਂ ਵੇਖੋ ਜੇ ਪਿਛਲੇ ਕਰਮਾਂ ਦੀ ਸਜ਼ਾ ਸੀ, ਇੱਥੇ ਤੁਸੀਂ ਵੇਖੋ ਡਾਕਟਰਾਂ ਦੀਆਂ ਟੀਮਾਂ ਨੇ, ਸਰਕਾਰਾਂ ਨੇ ਸਟੱਡੀ ਕਰਕੇ ਉਹ ਬਿਮਾਰੀ ਲੱਭ ਲਈ ਨਾ। ਜਦੋਂ ਬੱਚਿਆਂ ਦੀ ਉਮਰ ਹੁੰਦੀ ਹੈ ਵੀ ਇੰਨੀ ਉਮਰ ਤੱਕ ਇਹਨਾਂ ਪੋਲੀਓ ਬੂੰਦਾਂ ਪਿਆਉਣੀਆਂ ਨੇ, ਏਅਰਪੋਰਟ 'ਤੇ, ਰੇਲਵੇ ਸਟੇਸ਼ਨ 'ਤੇ, ਬੱਸ ਸਟੈਂਡ 'ਤੇ, ਘਰਾਂ 'ਚ, ਸਕੂਲਾਂ 'ਚ, ਤਾਂ ਕਿ ਜੇ ਕੋਈ ਬੰਦਾ ਸਫ਼ਰ ਵੀ ਕਰ ਰਿਹਾ ਆਪਣੇ ਪਰਿਵਾਰ ਨੂੰ ਲੈ ਕੇ, ਉਹ ਬੱਚਾ ਉਸ ਟਾਈਮ ਤੋਂ ਨਿਕਲ ਨਾ ਜਾਏ ਕਿਤੇ। ਅੱਜ ਕਿਉਂ ਨਹੀਂ? ਅੱਜ ਐਵਰੇਜ ਕੱਢੋ, ਅੱਜ ਇੰਨੇ ਬੱਚੇ ਅਪੰਗ ਕਿਉਂ ਨਹੀਂ ਪੈਦਾ ਹੁੰਦੇ? ਜੇ ਤਾਂ ਰੱਬ ਦੇ ਹੱਥ ਹੁੰਦਾ ਤਾਂ ਅੱਜ ਵੀ ਹੁੰਦੇ, ਪਹਿਲਾਂ ਹੁੰਦੇ ਸੀ। ਕਿਤੇ ਨਾ ਕਿਤੇ ਕੋਈ ਗਲਤੀ ਇਨਸਾਨ ਦੇ ਕੋਲੋਂ ਆਪਣੇ ਕੋਲੋਂ ਵਾਪਰਦੀ ਹੈ। ਕਈ ਬੱਚੇ ਜੰਮਦੇ ਸਹੀ ਹੈ, ਬਾਅਦ ਵਿੱਚ ਪ੍ਰੋਬਲਮ ਆਉਂਦੀਆਂ ਨੇ। ਕੋਈ ਕਿਤੇ ਨਾ ਕਿਤੇ ਮਾਂ ਬਾਪ ਕੋਲੋਂ ਕੋਈ ਗੁਨਾਹ ਹੋ ਜਾਂਦਾ, ਗਲਤੀ ਹੋ ਜਾਂਦੀ, ਕਿਤੇ ਖੁਰਾਕ ਵਿੱਚ ਕਿਤੇ ਨਾ ਕਿਤੇ ਕਮੀ ਹੋ ਜਾਂਦੀ ਹੈ, ਕਿਤੇ ਦੇਖ ਰੇਖ ਵਿੱਚ ਪ੍ਰੋਬਲਮ ਆ ਜਾਂਦੀ ਹੈ। ਕਈ ਬੱਚੇ ਜੰਮਦੇ ਅਪੰਗ ਨਹੀਂ ਹੁੰਦੇ, ਥੋੜ੍ਹਾ ਸਮਾਂ ਬੀਤਣ ਤੋਂ ਬਾਅਦ ਪ੍ਰੋਬਲਮ ਆ ਜਾਂਦੀ ਉਹਨਾਂ ਦੀ। 2 ਮਹੀਨੇ ਬਾਅਦ, 4 ਮਹੀਨੇ ਬਾਅਦ, ਹਫ਼ਤੇ, 6 ਮਹੀਨਿਆਂ ਬਾਅਦ, ਸਾਲ ਬਾਅਦ ਕੋਈ ਲੱਤ ਖਲੋ ਜਾਂਦੀ ਹੈ, ਬਾਂਹ ਖਲੋ ਜਾਂਦੀ ਹੈ, ਕਿਤੇ ਕੋਈ ਧੜ ਖਲੋ ਜਾਂਦਾ ਹੈ। ਕਿਤੇ ਨਾ ਕਿਤੇ ਕੋਈ ਪ੍ਰੋਬਲਮ ਹੈ। ਇਹਦਾ ਦੋਸ਼ ਤੁਸੀਂ ਰੱਬ ਦੇ ਮੱਥੇ ਨਹੀਂ ਮੜ ਸਕਦੇ। ਕਿਤੇ ਨਾ ਕਿਤੇ ਗੁਨਾਹ। ਬਾਪ ਨਸ਼ਾ ਕਰਦਾ ਹੋਵੇ, ਜੀਨਸ ਰਾਹੀਂ ਕਿਤੇ ਨਾ ਕਿਤੇ ਤੀਜੀ ਪੀੜ੍ਹੀ ਤੱਕ ਅਸਰ ਜਾਂਦਾ ਹੈ, ਤੀਜੀ ਪੀੜ੍ਹੀ ਤੱਕ ਅਸਰ ਜਾਂਦਾ ਹੈ। ਤੋ ਇੱਥੇ ਹੌਂ ਵਿੱਚ ਆਇਆ ਦਾ ਅਰਥ ਕੀ ਹੈ? ਹੌਂ ਵਿੱਚ ਹੌਂ। ਜਦੋਂ ਤੱਕ ਹੌਂ ਵਿੱਚ ਹੈ, ਆਇਆ ਦਾ ਅਰਥ ਕੀ ਹੈ? ਜੰਮਦਾ ਮਰਦਾ, ਗਿਆ। ਜੰਮਣਾ ਮਰਨਾ ਮਨ ਦਾ ਹੋ ਰਿਹਾ ਇੱਥੇ। ਹਉਮੈ ਵਿੱਚ ਜੰਮਦਾ ਮਰਦਾ, ਕਦੀ ਜੰਮ ਪਿਆ ਕਦੀ ਮਰ ਗਿਆ। ਤਨ ਦੀ ਗੱਲ ਨਹੀਂ ਹੋ ਰਹੀ ਇੱਥੇ, ਮਨ ਦੀ ਗੱਲ ਹੋ ਰਹੀ ਹੈ। ਮਨ ਜੰਮਦਾ ਮਰਦਾ। ਹੌਂ ਵਿੱਚ ਆਇਆ, ਹੌਂ ਵਿੱਚ ਗਿਆ। ਅਗਲੀ ਗੱਲ ਕਲੀਅਰ ਹੋ ਗਈ ਨਾ? ਹੌਂ ਵਿੱਚ ਜੰਮਿਆ, ਹੌਂ ਵਿੱਚ ਮੂਆ। ਇਹ ਦੂਜੀ ਤੁਕ ਵਿੱਚ ਜੰਮਿਆ ਤੇ ਮੂਆ ਸ਼ਬਦ ਵਰਤਾ। ਪਹਿਲਾਂ ਵਿੱਚ ਕਹਿਤਾ ਹੌਂ ਵਿੱਚ ਆਇਆ, ਹੌਂ ਵਿੱਚ ਗਿਆ। ਇਹ ਆਇਆ ਗਿਆ, ਜੰਮਿਆ, ਮੂਆ ਗੱਲ ਸੇਮ ਹੀ ਹੈ। ਕਿਉਂਕਿ ਆਪਾਂ ਪਹਿਲੀਆਂ ਪੌੜੀਆਂ 'ਚ ਵਿਚਾਰ ਸਾਂਝੇ ਕਰ ਚੁੱਕੇ ਹਾਂ। ਜਿਸ ਗੱਲ ਦਾ ਗੁਰਦੇਵ ਨੇ ਵਜਨ ਵਧਾਉਣਾ ਹੋਵੇ ਨਾ, ਉਸ ਗੱਲ ਨੂੰ ਰਿਪੀਟ ਕਰਦੇ ਆ ਦੁਬਾਰਾ, ਤਾਂ ਕਿ ਗੱਲ ਸਮਝ ਆ ਜਾਏ। ਇਹ ਹੌਂ ਵਿੱਚ ਆਇਆ ਗਿਆ ਗੱਲ ਮੇਨ ਇਹੋ ਹੀ ਹੈ, ਹੀ ਇਹੋ ਸੀ। ਸਭ ਤੋਂ ਵੱਧ ਜ਼ੋਰ ਹੀ ਇੱਥੇ ਜੰਮਣ ਮਰਨ 'ਤੇ ਦਿੱਤਾ ਗਿਆ। ਬੰਦੇ ਨੂੰ ਇਹੋ ਡਰਾਇਆ ਗਿਆ, ਪਿਛਲੇ ਕਰਮ ਮਾੜੇ, ਤੇਰੇ ਗ੍ਰਹਿਆਂ ਦੀ ਚਾਲ ਸਹੀ ਨਹੀਂ, ਇਸ ਕਰਕੇ ਤੇਰੇ ਸਿਰ ਆ ਘਟਨਾ ਵਾਪਰੀ ਹੈ। ਆੜੇ ਮੰਗਲੀਕ ਹੈ, ਬੱਚੇ ਬੱਚੀਆਂ ਜਿਨ੍ਹਾਂ ਨੂੰ ਕਿਹਾ ਜਾਂਦਾ, ਇਹੋ ਡਰਾਇਆ ਜਾਂਦਾ ਨਾ। ਉਹਨੂੰ ਵਿਚਾਰੇ ਨੂੰ, ਬੱਚੇ ਨੂੰ ਗ੍ਰਹਿਆਂ ਦਾ ਕੀ ਪਤਾ? ਜਦੋਂ ਮੈਂ ਜੰਮਿਆ ਸੀ ਕਿਹੜਾ ਗ੍ਰਹਿ ਕਿਹ 'ਚ ਤੁਰਿਆ ਫਿਰਦਾ? ਪਲੇਨ ਆ ਵੀ ਇੱਕ ਦੂਜੇ ਤੋਂ ਦੂਜੇ ਦੇਸ਼ ਜਾ ਵੜਿਆ। ਇੱਦਾਂ ਡਰਾਇਆ ਅਗਲਿਆਂ ਨੇ। ਸਭ ਤੋਂ ਵੱਡੇ ਡਾਕੂ ਇਹ ਲੋਕ ਨੇ। ਦੂਜੇ ਡਾਕੂ ਤੇ ਦਿਸਦੇ ਵੀ ਡਾਕੂ ਹੈਗੇ, ਵੀ ਡਾਕੂ ਇਹ ਦਿਸਦੇ। ਇਸੇ ਕਰਕੇ ਠੱਗ ਸ਼ਬਦ ਵਰਤਿਆ ਸੀ। ਅਖੌਤੀ ਧਾਰਮਿਕ ਲੋਕਾਂ ਵਾਸਤੇ ਗੁਰਦੇਵ ਨੇ ਠੱਗ ਸ਼ਬਦ ਵਰਤਿਆ, ਤਾਂ ਹੀ ਵੀ ਦਿਸਦੇ ਹੋਰ ਵਾ, ਹੈਗੇ ਕੁਝ ਹੋਰ ਵਾ। ਡਾਕੂ ਦਿਸਦਾ ਵੀ ਡਾਕੂ ਹੀ ਆ ਨਾ। ਉਹ ਸਿੱਧਾ ਕਹਿੰਦਾ ਇੱਕ ਬੱਚਾ ਚੱਕਿਆ ਤੁਹਾਡਾ, 5 ਲੱਖ ਦੇ ਕੇ ਬੱਚਾ ਛਡਾ ਕੇ ਲੈ ਜਾਓ। ਉਹ ਦਿਸਦਾ ਵੀ ਡਾਕੂ। ਆਂਦੇ ਵੀ ਲੋਕ ਵੀ ਡਾਕੂ ਨੇ ਚੱਕਿਆ ਜੀ, ਗੈਂਗਸਟਰਾਂ ਨੇ ਸਾਡਾ ਬੱਚਾ ਚੱਕ ਲਿਆ ਜੀ। ਇਹ ਦਿਸਦੇ ਨਹੀਂ, ਇਹ ਵੱਡੇ ਗੈਂਗਸਟਰ ਆ। ਆੜੇ ਤਾਂਤਰਿਕ ਜੋਤਸ਼ੀ ਪਾਂਦੇ ਸਿਆਣੇ ਬਾਬੇ, ਆੜੇ ਕੁੰਡਲੀਆਂ ਮਿਲਾਉਂਦੇ ਆ, ਆੜੇ ਸ਼ਸਤਰ ਵੇਦ ਖੋਲ੍ਹ ਕੇ ਬੈਠੇ ਆ। ਇਹ ਗੈਂਗਸਟਰਾਂ ਨੂੰ ਘੱਟ। ਅੱਛਾ ਕਮਾਲ, ਕੋਈ ਗੈਂਗਸਟਰ ਕਿਸੇ ਟੀਵੀ 'ਤੇ ਆਉਂਦਾ ਹੋਵੇ ਨਾ, ਤਾਂ ਮਿੰਟ 'ਚ ਪਛਾਣਨਾ ਇਹ ਗੈਂਗ ਬੰਦਾ ਕੀ ਕਰ ਰਿਹਾ ਜੀ, ਇਹ ਗੈਂਗਸਟਰ ਕੀ ਕਰ ਰਿਹਾ। ਤਾਂ ਕਥਾ ਸਮਾਪਤ ਹੁੰਦੀ ਆ, ਮਗਰੋਂ ਗੈਂਗਸਟਰ ਆ ਜਾਂਦੇ ਆ, ਇੱਦਾਂ ਦੱਸਦੇ ਆ ਕੁੰਡਲੀ ਇੱਦਾਂ। ਮੈਂ ਕਰੋਨਾ ਵਾਇਰਸ ਦੇ ਇਸ ਪੀਰੀਅਡ ਵਿੱਚ ਵੇਖਿਆ, ਇੱਦਾਂ ਬਣੋਗੇ ਤੁਸੀਂ ਫਲਾਣੇ ਥਾਂ 'ਤੇ ਦੁੱਧ ਪਿਆਓ, ਮਾਂ ਨੂੰ ਦੁੱਧ ਪੀਣ ਲਈ ਨਹੀਂ ਮਿਲ ਰਿਹਾ, ਗਊ ਮਗਰ ਦੁੱਧ ਚੱਕੂ। ਹਵਾ ਜਿਹੜੀ ਮਾਂ ਨੇ ਜਨਮ ਦਿੱਤਾ ਉਹਨੂੰ ਨਹੀਂ ਰੋਟੀ ਪਕਾ ਕੇ ਖਵਾਉਣੀ। ਜਿਹੜੇ ਪਿਓ ਨੇ ਪੈਰੀ ਜੁੱਤੀ ਨਹੀਂ ਪਾਈ ਬੱਚਿਆਂ ਨੂੰ ਪਾਲਣ ਲਈ, ਉਹਨੂੰ ਨਾ ਪੁੱਛਿਓ ਰੋਟੀ। ਗਊਆਂ ਮਗਰ ਪੇੜਾ ਚੱਕੀ ਫਿਰੋ, ਗਊਆਂ ਮਗਰ। ਅਤੇ ਕਈਆਂ ਦੇ ਹੋਏ ਇੱਦਾਂ, ਕਈਆਂ ਨੇ ਕਈਆਂ ਮੰਦਰਾਂ ਦੀਆਂ ਬਾਹਰ ਫਿਲਮਾਂ ਬਣੀਆਂ ਵੀ ਉਹ 10 ਗਾਵਾਂ ਲਿਆ ਕੇ ਮੰਦਰ ਦੇ ਬਾਹਰ ਰੱਖ ਲੈਂਦਾ ਸੀ, ਇੱਕ ਬੰਨੇ ਪੱਠਿਆਂ ਦਾ ਢੇਰ ਲਾ ਲੈਣਾ। ਆਪਣੇ ਪੱਠੇ ਹੀ ਆਏ ਹੋਏ ਸ਼ਰਧਾਲੂਆਂ ਨੂੰ ਵੇਚਣੇ ਉਹਨੇ। ਪੱਠਿਆਂ ਦੀ ਤਾਂ ਲਿਆ ਕੇ ਰੇਹੜੀ ਡੱਕ ਲੈਣੀ ਆ, ਗਾਵਾਂ ਵੀ ਉਹਦੀਆਂ ਆਪਣੀਆਂ ਹੀ ਆ। ਅਤੇ ਇੱਦਾਂ ਕਹਿਣਾ ਹਾਂਜੀ ਆਹ ਪੱਠੇ ਖਰੀਦੋ, 10 ਰੁਪਏ ਦੇ ਪੱਠੇ ਇੱਦਾਂ ਦੇ ਕੇ ਚਾਰਾ,
तो वो ਇਹਦਾ ਗਾਂ ਨੂੰ ਪਾ ਰਿਹਾ। ਕਿੱਡਾ ਤਗੜਾ ਬਿਜ਼ਨਸ ਹੈ। ਕਹਿੰਦਾ ਵੇਖੋ ਇਹਨਾਂ ਸਿਰ ਤੇ ਗਾਵਾਂ ਪਲਦੀਆਂ ਮੇਰੀਆਂ, ਆਪਣੀਆਂ ਆਪਣੇ ਪੱਠੇ ਆਪਣੀਆਂ ਗਾਵਾਂ ਨੂੰ ਪਾ ਕੇ ਉਹਨਾਂ ਕੋਲੋਂ ਪੈਸੇ ਲੈ ਕੇ ਜਾ ਰਿਹਾ। ਵਧੀਆ ਕੰਮ ਅਗਲੇ ਦਾ। ਉਹਨੂੰ ਪਤਾ ਹੈ ਵੀ ਇਹ ਗਾਂ ਨੂੰ ਪੱਠੇ ਪਾਉਣਾ ਮੈਨੂੰ ਨੌਕਰੀ ਮਿਲ ਜਾਣੀ ਹੈ। ਜੇ ਇੱਦਾਂ ਹੁੰਦਾ ਹੋਵੇ ਨਾ, ਸੱਚ ਦੱਸਣਾ ਤੁਹਾਨੂੰ, ਸੱਚੀ ਗੱਲ ਹੈ, ਜੇ ਇੱਦਾਂ ਗਊ ਨਾਲ ਜਿਹੜੀਆਂ ਕੰਟਰੀਆਂ ਸਭ ਤੋਂ ਵੱਧ ਇਹ ਗਊ ਦਾ ਮਾਸ ਵੇਚਦੀਆਂ ਉਹ ਤਾਂ ਹੁਣ ਨੂੰ ਫਨਾਹ ਹੋ ਜਾਂਦੀਆਂ। ਵੈਸੇ ਭਾਵੇਂ ਇਹ ਜਿਹੜਾ ਭਾਰਤ ਦੇਸ਼ ਹੈ ਸਭ ਤੋਂ ਪਹਿਲੇ ਨੰਬਰ 'ਤੇ ਹੈ ਬੀਫ ਦੇ ਮਾਮਲੇ 'ਚ। ਖੈਰ ਇਹ ਵਿਸ਼ਾ ਨਹੀਂ ਕੇਸ ਬਣੇ ਮੈਂ ਤੁਰਾਂ, ਸਿਰਫ ਮੈਂ ਇੰਨੀ ਗੱਲ ਕਰ ਰਿਹਾ, ਹੌਂ ਵਿੱਚ ਆਇਆ ਹੌਂ ਵਿੱਚ ਗਿਆ। ਵਿੱਚ ਹੌਂ ਜਦੋਂ ਤੱਕ ਵਿੱਚ ਹੌਂ ਆ, ਜਦੋਂ ਤੱਕ ਹਿਰਦੇ ਵਿੱਚ ਹੌਂ ਟਿਕੀ ਆ, ਹਉਮੈ ਟਿਕੀ ਆ, ਇਹ ਆਇਆ ਗਿਆ ਜੰਮਿਆ ਮੂਆ ਇਹ ਸ਼ਬਦ ਬਾਰ-ਬਾਰ ਤੁਰੇ ਆਉਣੇ ਆ। ਜੰਮਣ ਮਰਨ ਦੀ ਕਿਰਿਆ ਚੱਲਦੀ ਆਉਣੀ ਆ। ਹੌਂ ਵਿੱਚ ਆਇਆ ਹੌਂ ਵਿੱਚ ਗਿਆ, ਹੌਂ ਵਿੱਚ ਜੰਮਿਆ ਹੌਂ ਵਿੱਚ ਮੂਆ। ਹੌਂ ਵਿੱਚ ਹੀ ਮਰਦਾ ਹੈ, ਹੌਂ ਵਿੱਚ ਹੀ ਜੰਮ ਪੈਂਦਾ। ਇਹ ਜੰਮਣ ਮਰਨ ਦੀ ਕਿਰਿਆ ਦੀ ਮੁੱਕਦੀ ਨਹੀਂ। ਇਹ ਮੰਨਦੀ ਹੈ। ਪਰ ਧਨ ਪਰਤੀ ਨਿੰਦਾ, ਪਰ ਅਪਵਾਦ ਨ ਛੂਟੇ, ਆਵਾਗਮਨ ਹੋਤੇ ਹੈ ਫੁਨ ਫੁਨ, ਇਹ ਪ੍ਰਸੰਗ ਨਾ ਟੁੱਟੇ। ਇਹ ਪ੍ਰਸੰਗ ਟੁੱਟਦਾ ਹੀ ਨਹੀਂ, ਇਹ ਲੜੀ ਟੁੱਟਦੀ ਨਹੀਂ, ਮਹਾਰਾਜ ਕਹਿੰਦੇ ਨੇ। ਤੋ ਅੱਗੇ ਪਾਤਸ਼ਾਹ ਜੀ ਕਹਿੰਦੇ ਨੇ ਹੌਂ ਵਿੱਚ ਦਿੱਤਾ, ਵਿੱਚ ਹੌਂ ਹੀ ਦਿੰਦਾ ਵਾ। ਕਈ ਵਾਰੀ ਆਪਣੀ ਹਉਮੈ ਨੂੰ ਬਰਕਰਾਰ ਰੱਖਣ ਲਈ ਦੇਣਾ ਪੈਂਦਾ। ਉੱਦਾਂ ਜੇ ਦਿਲ ਨਹੀਂ ਕਰਦਾ ਦੇਣ ਨੂੰ, ਜੀ ਥੋੜ੍ਹਾ ਕਰਦਾ ਕਿਸੇ ਨੂੰ ਕੋਈ ਦੇਣ ਲਈ, ਮਤਲਬ ਕਿਸੇ ਦੀ ਹੈਲਪ ਕਰਨ ਨੂੰ ਦਿਲ ਥੋੜ੍ਹਾ ਕਰਦਾ। ਇੱਕ ਹੁੰਦਾ, ਇੱਕ ਬੰਦੇ ਉਹ ਹੁੰਦੇ ਜਿਹੜੇ ਸੱਚੀ ਕਿਸੇ ਦੀ ਹੈਲਪ ਕਰਦੇ, ਉਹ ਕੰਨੋਂ ਕੰਨ ਖਬਰ ਨਹੀਂ ਹੋਣ ਦਿੰਦੇ ਕਿਸੇ ਨੂੰ। ਉਹ ਜਿਹਦੀ ਹੈਲਪ ਕਰਦੇ ਉਹਨੂੰ ਵੀ ਨਹੀਂ ਪਤਾ ਹੁੰਦਾ ਹੈਲਪ ਆਈ ਕਿੱਥੋਂ ਹੈ। ਅਤੇ ਕਈ ਵਾਰੀ ਹੌਂ ਵਿੱਚ ਦਿੱਤਾ, ਦਿੰਦਾ ਵੀ ਆ ਪਰ ਵਿੱਚ ਹੌਂ ਦਿੰਦਾ ਤਾਂ ਕਿ ਪਤਾ ਲੱਗੇ ਲੋਕਾਂ ਨੂੰ ਦੇਣ ਵਾਲਾ ਇਹ ਹੈ। ਐਂ ਪੱਥਰ ਲਵਾਉਂਦਾ ਉੱਤੇ ਗੁਰਦੁਆਰੇ, ਵੱਡਾ ਸਿਲ ਲਵਾਉਂਦਾ ਆਪਣੀ, ਇੱਦਾਂ ਪਤਾ ਲੱਗੇ ਵੀ ਆਹ ਕਮਰਾ ਇਹਨੇ ਪਵਾਇਆ। 5 ਥਾਲੀਆਂ ਦੇ ਕੇ ਉੱਤੇ ਨਾਲ ਖਾਉਂਦਾ। ਸਾਡਾ ਤਾਂ ਵਸ ਨਹੀਂ ਚੱਲਦਾ, ਅਸੀਂ ਤਾਂ ਦਾਲ ਚੜ੍ਹਾ ਕੇ ਤਾਂ 10 ਕਿਲੋ ਕੱਲੇ ਦਾਣੇ 'ਤੇ ਆਪਣਾ ਨਾਂ ਲਿਖਾ ਦਈਏ, ਭਾਵੇਂ ਇੱਕ ਅੱਖਰ ਹੀ ਇੱਕ ਦਾਲ ਦੇ ਦਾਣੇ 'ਤੇ ਆਵੇ। ਹੌਂ ਵਿੱਚ ਦਿੱਤਾ, ਦਿੰਦਾ ਵਾ ਹੌਂ ਵਿੱਚ ਹੌਂ, ਹਉਮੈ ਨੂੰ ਬਰਕਰਾਰ ਰੱਖਣ ਲਈ ਦਿੰਦਾ ਵਾ। ਉੱਦਾਂ ਨਹੀਂ ਦਿਲ ਕਰਦਾ, ਉੱਦਾਂ ਤਾਂ ਠੱਗੀਆਂ ਬੇਈਮਾਨੀਆਂ ਮਾਰ ਕਰਦਾ। ਪਰ ਵਿੱਚ ਹੋਂ ਤੁਸੀਂ ਵੇਖਿਆ ਨਾ ਕਈ ਬੰਦੇ ਕਿੱਦਾਂ ਬਾਹਰ ਇੱਦਾਂ ਕੰਬਲ ਵੰਡਣਗੇ, ਲੰਗਰ ਵੰਡਣਗੇ, ਇੱਦਾਂ ਬੰਦੇ ਵਿੱਚ ਹੋਂ। ਅਤੇ ਕਈ ਬੰਦੇ ਇੱਦਾਂ ਦੇ ਜਿਹੜੇ ਸੱਚੀ ਸੇਵਾ ਕਰਦੇ, ਕੰਨੋਂ ਕੰਨ ਨਹੀਂ ਖਬਰ ਹੋਣ ਦਿੰਦੇ ਕਿਸੇ ਨੂੰ। ਨਾ ਉਹਨਾਂ ਨੇ ਉਹ ਬੱਚਾ ਵੇਖਿਆ ਹੁੰਦਾ, ਨਾ ਉਹਨਾਂ ਨੇ ਉਹ ਪਰਿਵਾਰ ਵੇਖਿਆ ਹੁੰਦਾ। ਕਰਦੇ ਹੈਲਪ ਬੜੇ ਨੇ ਬੰਦੇ ਦੁਨੀਆ 'ਤੇ, ਬਹੁਤ ਨੇ। ਖੈਰ ਇਹ ਵੱਖਰਾ ਕਿਸੇ ਦਿਨ ਟੌਪਿਕ ਲੈ ਕੇ ਇਸ ਵਿਸ਼ੇ 'ਤੇ ਆਪਾਂ ਗੱਲ ਕਰਾਂਗੇ। ਮੈਂ ਇੱਕ ਦਿਨ ਮਾੜੀ ਜਿਹੀ ਟੂਕ ਮਾਤਰ ਪਿੱਛੇ ਗੱਲ ਵੀ ਕੀਤੀ ਸੀ। ਜਿਹੜੀਆਂ ਵੀਡੀਓ 'ਤੇ ਫੋਟੋਆਂ ਲੱਗਦੀਆਂ ਵਾ, ਇਹਨਾਂ ਦੇ ਪਿੱਛੇ ਵੀ 2 ਵੱਖ-ਵੱਖ ਕੈਟਾਗਰੀਆਂ ਨੇ। ਇੱਕ ਸੱਚੀ ਆ ਜਿਹੜੇ ਜਿਹਨਾਂ ਨੂੰ ਪਤਾ ਵੀ ਕਿਤੇ ਅਸੀਂ ਹੈਲਪ ਲੈ ਰਹੇ ਹਾਂ, ਉਹਨਾਂ ਨੂੰ ਦੱਸਣਾ ਜਾ ਕੇ ਭਾਈ ਵੀ ਆਹ ਵੇਖੋ ਤੁਹਾਡੀ ਸੇਵਾ ਲਾਤੀ। ਇੱਕ ਸਿਰਫ ਵਿਖਾਵੇ ਵਾਸਤੇ ਵੀ ਕਰਦੇ ਨੇ। ਇਹ ਹੁਣ ਆਪਾਂ ਵੇਖਣਾ ਕਿੱਥੇ ਖਲੋਤੇ ਹਾਂ ਅਸੀਂ। ਹੁਣ ਇੱਥੇ ਗੱਲ ਆ ਹੌਂ ਵਿੱਚ ਦਿੱਤਾ, ਵਿੱਚ ਹੌਂ ਦਿੱਤਾ, ਹਉਮੈ ਨੂੰ ਖੜਾ ਰੱਖਣ ਵਾਸਤੇ, ਹਉਮੈ ਦੀ ਖੁਰਾਕ ਪੂਰੀ ਕਰਨ ਵਾਸਤੇ ਦਿੰਦਾ ਵਾ। ਉੱਦਾਂ ਦਿਲ ਨਹੀਂ ਕਰਦਾ ਦੇਣ ਨੂੰ, ਕਿਸੇ ਦੀ ਹੈਲਪ ਕਰਨ ਨੂੰ, ਪਰ ਹਉਮੈ ਕਰਕੇ ਦਿੰਦਾ। ਹੌਂ ਵਿੱਚ ਕਹਿਣ ਲੱਗੇ ਲੈ ਹੌਂ ਵਿੱਚ ਹੀ ਲਈ, ਉੱਦਾਂ ਨਹੀਂ ਲੈਂਦਾ। ਹੌਂ ਵਿੱਚ ਆਪਣੀ ਹਉਮੈ ਨੂੰ ਪੂਰਾ ਰੱਖਣ ਲਈ ਲੈਂਦਾ। ਕਿੱਦਾਂ ਭਲਾ ਤੁਸੀਂ ਕਿਹਾ ਲੀਡਰ, ਉੱਦਾਂ ਕਿਸਾਨ ਟਿਊਬਲ 'ਤੇ ਖੇਤਾਂ 'ਚ ਰੋਜ਼ਾਨਾ ਹੀ ਰੋਟੀ ਖਾਂਦੇ ਆ। ਮਜ਼ਦੂਰ ਬੰਦਾ ਆਪਣੇ ਘਰ 'ਤੇ ਸ਼ਾਮਾਂ ਨੂੰ ਆਣ ਕੇ ਰੋਟੀ ਖਾਂਦਾ, ਉਹਦਾ ਸਵੇਰ ਦਾ ਦੁਪਹਿਰ ਦਾ ਖਾਣਾ ਖੇਤਾਂ 'ਚ ਹੀ ਹੁੰਦਾ ਵਾ। ਕੋਈ ਵਡਿਆਈ ਕਰਦਾ, ਪਰ ਲੀਡਰ ਜਾ ਕੇ ਉਹਦੇ ਖੇਤਾਂ 'ਚ ਰੋਟੀ ਖਾਂਦਾ। ਲਿਆ ਜੇ ਉਹ ਖੇਤ ਵਿੱਚ ਜਾ ਕੇ ਕਿਸੇ ਕੋਲ ਰੋਟੀ ਖਾਂਦਾ ਨਾ, ਉਹ ਵੀ ਭੁੱਖ, ਉਹਦਾ ਸੰਬੰਧ ਭੁੱਖ ਨਾਲ ਨਹੀਂ, ਉਹਦਾ ਸੰਬੰਧ ਆਪਣੀ ਹਉਮੈ ਨਾਲ। ਪਤਾ ਲੱਗੇ ਲੀਡਰ ਸਾਹਿਬ ਸਾਡੇ ਖੇਤਾਂ 'ਚ ਆਇਆ, ਲੀਡਰ ਸਾਹਿਬ ਸਾਡੇ ਖੇਤਾਂ 'ਚ ਆਏ। ਆ ਵੇਖਿਆ ਕਈ ਵੋਟਾਂ ਵਾਲੇ ਦਿਨ ਕਈ ਬੜੇ ਲੀਡਰ ਗਰੀਬਾਂ ਘਰ ਜਾ ਕੇ ਸੌਣ ਦਾ ਨਾਟਕ ਵੀ ਕਰਦੇ। ਉੱਥੇ ਸੌਣਗੇ ਜੀ, ਹੁਣ ਕਿਉਂ ਨਹੀਂ ਸੌਂਦੇ? ਹੁਣ ਉਹਨਾਂ ਦਾ ਸੌਣ ਦਾ ਅਰਥ ਕੀ ਸੀ? ਅੱਛਾ ਜੇ ਇਹਦਾ ਮਤਲਬ ਤੁਸੀਂ ਮੰਨਦੇ ਹੋ ਗਰੀਬ ਨੇ, ਉਹ ਤਾਂ ਰੋਜ਼ ਸੌਂਦੇ ਆਪਣੇ ਘਰ ਵਿਚਾਰੇ, ਤੁਹਾਡੇ ਸੌਣਾ ਕਿਉਂ ਨਾ? ਪਰ ਉਹਦੇ ਵੱਡੇ ਦਾ ਗਰੀਬ ਘਰ ਸੌਣ ਦਾ ਅਰਥ ਆ ਆਪਣੀ ਹਉਮੈ ਨੂੰ ਜਿਉਂਦਾ ਰੱਖਣਾ। ਵਿੱਚ ਹੌਂ, ਪਾਤਸ਼ਾਹ ਕਹਿੰਦੇ ਨੇ ਹੌਂ ਵਿੱਚ ਦਿੱਤਾ, ਦਿੰਦਾ ਵੀ ਆ ਹਉਮੈ ਨੂੰ ਬਰਕਰਾਰ ਰੱਖਣ ਲਈ। ਹੌਂ ਵਿੱਚ ਦਿੱਤਾ, ਹੌਂ ਵਿੱਚ ਲਿਆ, ਲੈਂਦਾ ਵੀ ਆ। ਮਾਣ ਸਨਮਾਨ ਵੀ ਆ। ਸਰੋਪਾ ਕਿਰਪਾਨ, ਉਹਨੂੰ ਪਤਾ ਹੁੰਦਾ ਵੀ ਸਰੋਪੇ ਨੂੰ ਮੈਂ ਘਰ ਜਾ ਕੀ ਕਰਨਾ, ਕਿਰਪਾਨ ਮੈਂ ਘਰ ਜਾ ਕੀ ਕਰਨੀ। ਪਰ ਸਰੋਪਾ, ਸਿਰੋਪਾਓ, ਕਿਰਪਾਨ, ਇਹ ਜਦੋਂ ਸਨਮਾਨ ਕਰਦੇ ਆ, ਇਹ ਵੀ ਹਉਮੈ ਨੂੰ ਵੀ ਇਸ ਪਰਿਵਾਰ ਨੇ ਬੜੀ ਸੇਵਾ ਕੀਤੀ। ਆਓ ਜਹੇਦਾਰ ਸਾਹਿਬ ਇਹਨਾਂ ਨੂੰ ਸਨਮਾਨਿਤ ਕਰੀਏ ਜੀ। ਲੈਂਦਾ ਵਾ, ਵਿੱਚ ਹੌਂ ਲਿਆ। ਹੌਂ ਵਿੱਚ ਖੱਟਦਾ ਵਾ। ਕਈ ਵਾਰੀ ਕਮਾਈ ਵੀ ਵਿੱਚ ਹੌਂ ਕਰਕੇ ਕਰਦਾ। ਹਉਮੈ ਨੂੰ ਬਰਕਰਾਰ ਰੱਖਣ ਵਾਸਤੇ ਖੱਟਦਾ ਵਾ,
ਤਮਾਈ ਕਰਦਾ ਤੇ ਹਉ ਵਿੱਚ ਗਿਆ, ਇਸੇ ਹਉ ਵਿੱਚ ਹੀ ਜਾਂਦਾ ਵਾ। ਜੰਮਣ ਮਰਨ ਦੀ ਕਿਰਿਆ 'ਚ ਗੁਰਦੇਵ ਪਿਤਾ ਮਹਾਰਾਜ ਕਹਿੰਦੇ ਨੇ ਪਿਆਰ ਰਹਿੰਦਾ। ਹਉ ਵਿੱਚ ਸਚਿਆਰ ਕੂੜਿਆਰ, ਇਸੇ ਵਿੱਚ ਹਉ ਕਰਕੇ ਨਾ ਕਦੀ ਸਚਿਆਰ ਬਣ ਜਾਂਦਾ ਤੇ ਕਦੀ ਕੂੜਿਆਰ ਬਣ ਜਾਂਦਾ। ਇਹਦੇ ਇਰਦ ਗਿਰਦ ਵਾਲੇ ਹੁਣ ਬੰਦੇ ਦੇ ਕੰਮਾਂ ਵੇਖ ਕੇ, ਚਾਰ ਕੰਮਾਂ ਨੂੰ ਵੇਖ ਕੇ ਨਹੀਂ ਕਰੀਏ ਬੰਦਾ ਬੜਾ ਸੱਚਾ ਬਈ, ਆਲਾ ਦਰਜੇ ਦੇ ਕੰਮ ਕਰਦਾ, ਤੇ ਕਦੀ ਉਹਦੇ ਨਾਲ ਵਿਚਰਨ ਵਾਲੇ ਉਹਦੇ ਬਾਰੇ ਇਹ ਕਹਿੰਦੇ ਨੇ ਬੜਾ ਝੂਠਾ ਬੰਦਾ ਭਾਈ। ਮਾੜਾ ਜਿਹਾ ਪਰਾਂ ਹੋ ਜਾਂਦੇ ਉਹਦੇ ਬਾਰੇ ਝੂਠਾ ਸ਼ਬਦ ਬੋਲ ਦਿੰਦੇ ਨੇ, ਮਾੜਾ ਜਿਹਾ ਉਹਦੇ ਸਾਹਮਣੇ ਆ ਜਾਂਦੇ ਤੇ ਉਹਨੂੰ ਸੱਚਾ ਕਹਿ ਦਿੰਦੇ ਨੇ। ਵੈਸੇ ਇੱਕ ਬੇਨਤੀ ਕਰਾਂ, ਜਿਹੜਾ ਬੀਜ ਹੁੰਦਾ ਨਾ, ਬੀਜ ਸਾਧ ਸੰਗਤ, ਬੀਜ ਹਰ ਇੱਕ ਉਗਦਾ ਹੈ ਪਰ ਉਹਨੂੰ ਵਾਤਾਵਰਨ ਚਾਹੀਦਾ। ਹੁਣ ਤੁਸੀਂ ਤੁਹਾਡੇ ਘਰਾਂ 'ਚ ਡਰਮਾਂ 'ਚ ਕਣਕ ਪਈ, ਉਹ ਕਿਉਂ ਨਹੀਂ ਉਗਦੀ? ਕਿਉਂਕਿ ਉਹਦੇ ਕੋਲ ਵਾਤਾਵਰਨ ਹੈ ਨਹੀਂ, ਜ਼ਮੀਨ ਹੈ ਨਹੀਂ। ਹੁਣ ਉਸੇ ਕਣਕ ਨੂੰ ਤੁਸੀਂ ਜ਼ਮੀਨ 'ਚ ਬੀਜਦੇ ਹੋ, ਉਦੋਂ ਕਿਉਂ ਉਗਦੀ ਹੈ? ਕਿਉਂਕਿ ਪੂਰਾ ਪ੍ਰੋਪਰ ਜ਼ਮੀਨ ਤੇ ਵਾਤਾਵਰਨ, ਰੁੱਤ ਮਿਲ ਗਈ ਹੈ। ਅੱਛਾ, ਰੁੱਤ ਵੀ ਹੈਗੀ ਹੈ, ਉਹ ਕਣਕ ਤੁਹਾਡੇ ਖੇਤਾਂ ਆਪਣੇ ਘਰਾਂ 'ਚ ਪਈ, ਉਦੋਂ ਕਿਉਂ ਨਹੀਂ ਉਗਦੀ? ਹੁਣ ਜਦੋਂ ਕੱਤਕ ਦਾ ਮਹੀਨਾ ਹੁੰਦਾ, ਜਦੋਂ ਬਿਜਾਈ ਸ਼ੁਰੂ ਹੁੰਦੀ ਕਣਕਾਂ ਦੀ, ਜਦੋਂ ਆਪਾਂ ਜਾ ਕੇ ਬੀਜਦੇ ਹਾਂ, ਉਹ ਉੱਗ ਪੈਂਦੀ ਹੈ। ਉਹਦੇ ਨਾਲ ਦਾ ਹੀ ਇੱਕ ਦਾਣਾ ਜ਼ਮੀਨ 'ਚ ਬੀਜਿਆ, ਉਹ ਉੱਗ ਪਿਆ। ਇੱਕ ਦਾਣਾ ਤੁਹਾਡੇ ਘਰ ਪਿਆ, ਭੜੋਲੀ 'ਚ, ਤੁਹਾਡੇ ਡਰਮ 'ਚ ਪਿਆ, ਉਹ ਕਿਉਂ ਨਹੀਂ ਉੱਗਿਆ? ਕਿਉਂਕਿ ਉਹਨੂੰ ਪ੍ਰੋਪਰ ਬਾਹਰ ਵਾਤਾਵਰਨ ਮਿਲ ਗਿਆ। ਇਹਨੂੰ ਵਾਤਾਵਰਨ ਮਿਲ, ਜਿਹੜੀ ਹਉ ਹੈ ਨਾ, ਇਹਨੂੰ ਬਕਾਇਦਾ ਪ੍ਰੋਪਰ ਵਾਤਾਵਰਨ ਮਿਲਦਾ। ਕਈ ਵਾਰੀ ਹਉਮੈ ਨੂੰ ਵਧਾਉਣ ਵਿੱਚ ਚੁਗਿਰਦੇ ਦਾ ਬਹੁਤ ਵੱਡਾ ਰੋਲ ਹੁੰਦਾ ਹੈ। ਮਾੜਾ ਜੀ ਨੂੰ ਵਧਾ ਚਾ, ਬੱਲੇ ਬੱਲੇ ਭਾਈ ਸਾਹਿਬ ਤੁਸੀਂ ਕਮਾਲ ਕਰਦੀ। ਇੱਦਾਂ ਉਹਦੀ ਹਉਮੈ ਨੂੰ ਵਧਾਉਣ ਵਿੱਚ ਉਹਦਾ ਚੁਗਿਰਦਾ ਬੜਾ ਵੱਡਾ ਰੋਲ ਅਦਾ ਕਰਦਾ। ਐਵੇਂ ਹੁਣ ਇਹ ਵੀ ਹਉਮੈ ਲੈ ਕੇ ਬੰਦਾ ਜੰਮਦਾ ਜਾਂ ਜੰਮਦਿਆਂ ਹਉਮੈ ਹੁੰਦੀ ਹੈ। ਜਿਵੇਂ ਬੀਜ ਹਰ ਇੱਕ ਉਗ ਸਕਦਾ ਹੈ, ਪਰ ਇੱਕ ਨੂੰ ਉਗਣ ਦਾ ਮੌਕਾ ਮਿਲ ਜਾਂਦਾ ਹੈ, ਵਾਤਾਵਰਨ ਮਿਲਦਾ। ਹਉਮੈ ਵੀ ਇੱਕ ਬੀਜ ਦੀ ਤਰ੍ਹਾਂ ਹੈ, ਉਗਦੀ ਹੈ। ਮਾੜੀ ਜਿਹੀ ਗੱਲ ਨੂੰ ਵਧਾ ਕੇ ਪੇਸ਼ ਕਰਨੀ, ਉਹ ਬੀਜ ਪ੍ਰਫੁੱਲਿਤ ਹੁੰਦਾ ਹੈ। ਵੈਸੇ ਇੱਕ ਬੇਨਤੀ ਕਰਾਂ, ਮੈਂ ਸ਼ਬਦ ਕਹਿਣਾ ਹਉਮੈ ਨਹੀਂ ਹੈ। ਹੁਣ ਮੰਨ ਲਓ ਤੁਸੀਂ ਘਰ 'ਚ ਕਹੋ ਖਾਣਾ ਕਿਹਨੇ ਬਣਾਇਆ, ਕੁਦਰਤੀ ਗੱਲ ਹੈ। ਘਰ 'ਚ ਔਰਤ ਕਹੇਗੀ ਮੈਂ ਬਣਾਇਆ, ਤਾਂ ਤੁਸੀਂ ਕਹੋਗੇ ਕਿੰਨਾ ਹੰਕਾਰ ਹੈ, ਮੈਂ ਬਣਾਇਆ। ਇਹ ਮੈਂ ਕਹਿਣਾ ਹੰਕਾਰ ਹੈ। ਕੁਦਰਤੀ ਗੱਲ, ਜਦੋਂ ਘਰ 'ਚ ਬਣਾਇਆ ਉਹਨੇ ਖਾਣਾ, ਉਹਨੇ ਮੈਂ ਹੀ ਕਹਿਣਾ ਹੈ। ਤੇ ਜੇ ਤੁਸੀਂ ਕਹੋ ਨਹੀਂ ਮੈਂ ਕਹਿਣਾ ਹੰਕਾਰ ਜੀ, ਫਿਰ ਇੱਦਾਂ ਕਹੇ ਦਾਸ ਨੇ ਬਣਾਇਆ ਜੀ। ਅੱਛਾ, ਦਾਸ ਕਹਿਣਾ ਨਿਮਰਤਾ ਹੈ? ਜ਼ੁਬਾਨ ਨਾਲੇ ਦਾ ਦਾਸ ਕਹਿ ਦੇ ਨਿਮਰਤਾ ਹੈ। ਤੇ ਉਹ ਗੱਲ ਹੋ ਗਈ ਕਿ ਜਿਵੇਂ ਸਤਿਗੁਰ ਨੇ ਬਾਣੀ 'ਚ ਨਹੀਂ ਲਿਖਿਆ, ਜਦੋਂ ਆਪਾਂ ਸ਼ਬਦ ਪੜ੍ਹਦੇ ਹਾਂ ਗੁਰਦੇਵ ਪਿਤਾ ਮਹਾਰਾਜ ਜੀ ਦਾ, ਜਦੋਂ ਤੁਸੀਂ ਗੁਰਬਾਣੀ ਦੀ ਤਾਂ ਵਾਕ ਪੜ੍ਹਦੇ ਹੋ ਧਿਆਨ ਨਾਲ, ਬਾਬੇ ਫਰੀਦ ਦੇ ਸ਼ਲੋਕ ਪੜ੍ਹਦੇ ਹੋ, ਫਰੀਦਾ ਕੰਨ ਮਸਾਲਾ ਸੂਫ ਗਲ ਦਿਲ ਕਾਤੀ ਗੁੜਵਾਤ, ਜ਼ੁਬਾਨ ਗੁੜ ਵਰਗੀ ਮਿੱਠੀ ਆ ਪਰ ਅੰਦਰ ਕੈਂਚੀ ਆ। ਮੰਨ ਲਓ ਜ਼ੁਬਾਨ ਮਿੱਠੀ ਹੋਵੇ ਤਾਂ ਨਿਮਰਤਾ, ਹਾਂਜੀ ਹਾਂਜੀ ਹਾਂਜੀ। ਜਿਵੇਂ ਸਕੂਲਾਂ ਦੇ ਵਿੱਚ ਜਦੋਂ ਬੱਚੇ ਨੇ ਛੁੱਟੀ ਲੈਣੀ ਹੁੰਦੀ ਸੀ, ਥੱਲੇ ਲਿਖਦਾ ਹੁੰਦਾ ਸੀ ਅੱਤ ਦਾ ਸ਼ਰਾਰਤੀ ਬੱਚਾ ਵੀ ਜਦੋਂ ਸਕੂਲ 'ਚੋਂ ਉਹ ਛੁੱਟੀ ਲੈਂਦਾ ਹੈ ਆਪਣੇ ਕਲਾਸ ਇੰਚਾਰਜ ਕੋਲੋਂ, ਉਹ ਇੱਦਾਂ ਲਿਖਦਾ ਆਪ ਜੀ ਦਾ ਆਗਿਆਕਾਰੀ, ਤੇ ਟੀਚਰ ਕਈ ਵਾਰੀ ਹੱਸ ਪੈਂਦਾ ਵੀ ਜੇ ਤੂੰ ਆਗਿਆਕਾਰੀ ਤੇ ਸ਼ਰਾਰਤੀ ਕੌਣ ਹੋਇਆ? ਸ਼ਰਾਰਤੀ ਕੌਣ ਹੋਇਆ? ਕਈ ਬੰਦੇ ਕਹਿਣਗੇ ਗੁਲਾਮ, ਕਈ ਬੰਦੇ ਤੁਸੀਂ ਵੇਖੀ ਇੱਦਾਂ ਕਹਿਣਗੇ ਕਦੀ ਗਰੀਬਾਂ ਘਰ ਵੀ ਚਰਨ ਪਾਓ। ਤੁਸੀਂ ਮਾੜਾ ਜਾ ਕੇ ਕਦੋਂ ਅਸੀਂ ਗਰੀਬਾਂ ਘਰ ਨਹੀਂ ਜਾਂਦੇ, ਮਿੰਟੋ ਮਿੰਟ ਹੀ ਆਪਣੀ ਕੋਠੀਆਂ ਗਣਾ ਦੇਣਗੇ ਤੁਹਾਨੂੰ। ਇੱਕ 'ਚ ਮੈਰੇ ਨਾ 4 ਕਿਰਾਏ ਤੋਂ ਦਿੱਤੀਆਂ, 4-5 ਗੱਡੀਆਂ ਨੇ ਘਰ ਇੱਦਾਂ। ਅੱਛਾ, 5 ਮਿੰਟ ਪਹਿਲਾਂ ਗਰੀਬ ਕਹਿੰਦਾ ਸੀ, ਹੁਣ ਇੱਕਦਮ ਅਮੀਰੀ ਕਿੱਥੋਂ ਟਪਕ ਪਈ। ਭਾਵ ਉਹ ਜਿਹੜੀ ਗਰੀਬੀ ਸੀ ਨਾ, ਉਹ ਵੀ ਲੱਭ ਜਾਂਦੀ ਸੀ। ਬਸ ਇੱਦਾਂ ਹਉ ਵਿੱਚ ਸਚਿਆਰ ਕੂੜਿਆਰ, ਇਹ ਜਿਹੜਾ ਹਉ ਸ਼ਬਦ ਹੈ ਨਾ, ਹਉ ਵਿੱਚ ਹਉ, ਇਹ ਸਚਿਆਰ, ਇਹ ਜਿਹੜਾ ਸਚਿਆਰ ਕੂੜਿਆਰ ਸ਼ਬਦ ਹੈ ਨਾ, ਇਹਦੀ ਵੀ ਇਹਨੇ ਆਪਣੀ ਡੈਫੀਨੇਸ਼ਨ ਨਹੀਂ ਘੜੀ ਹੋਈ ਹੈ, ਕਿਉਂਕਿ ਅੱਗੇ ਜਾ ਕੇ ਕਲੀਅਰ ਹੋ ਜਾਣਾ, ਮਹਾਰਾਜ ਨੇ ਕਰ ਦੇਣਾ। ਹਉ ਵਿੱਚ ਸਚਿਆਰ ਕੂੜਿਆਰ, ਹਉ ਵਿੱਚ ਪਾਪ ਪੁੰਨ ਵਿਚਾਰ। ਇਹ ਪਾਪ ਪੁੰਨ ਇਹ ਗੁਰਮਤਿ ਵਾਲੀ ਨਹੀਂ ਹੈ, ਗੁਰਮਤਿ ਵਾਲਾ ਪੁੰਨ ਨਹੀਂ। ਇੱਥੇ ਜਿਹੜਾ ਆਪਾਂ ਪਿੱਛੇ ਪੜ੍ਹ ਚੁੱਕੇ ਹਾਂ ਸੋਲਾ ਬਾਣੀ ਦੇ ਵਿੱਚ, ਕਰ ਸਾਧੂ ਅੰਜੁਲੀ ਪੁੰਨ ਵੱਡਾ ਹੈ। ਇਹ ਇੱਥੇ ਉਸ ਪੁੰਨ ਦੀ ਗੱਲ ਨਹੀਂ ਹੋ ਰਹੀ। ਇੱਥੇ ਪਾਪ ਪੁੰਨ ਦੀ ਡੈਫੀਨੇਸ਼ਨ ਵੀ ਇਹਦੀ ਆਪਣੀ ਆ। ਮਾੜਾ ਜਿਹਾ ਚੰਗਾ ਕੰਮ ਕਰਦਾ ਕਹਿੰਦਾ ਪੁੰਨ ਹੋ ਗਿਆ, ਇੱਦਾਂ। ਕੋਈ ਜੀਵ ਪੈਰ ਥੱਲੇ ਆਣ ਕੇ ਮਰ ਗਿਆ ਤੇ ਪਾਪ ਹੋ ਗਿਆ। ਬਸ ਇਹਦੀ ਪਾਪ ਪੁੰਨ ਦੀ ਪਰਿਭਾਸ਼ਾ ਵੀ ਹਉ ਵਿੱਚ ਪਾਪ ਪੁੰਨ ਵਿਚਾਰ, ਪਾਪ ਪੁੰਨ ਦੀ ਵਿਚਾਰ, ਚੰਗੇ ਮਾੜੇ ਕੰਮਾਂ ਦੀ ਡੈਫੀਨੇਸ਼ਨ ਵੀ ਆਪ ਹੀ ਘੜਦਾ ਵਾ, ਆਪ ਹੀ ਕਰਦਾ। ਤੁਸੀਂ ਦੇਖੋ ਕਈ ਬੰਦੇ ਆਪਾਂ ਤੇ ਪਾਪ ਕਰਨ ਤੋਂ ਗੁਰੇਜ਼ ਕਰਦੇ ਜੀ, ਅਜੇ ਤੱਕ ਕੋਈ ਕੀੜਾ ਮਕੌੜਾ ਨਹੀਂ ਮਾਰਿਆ, ਇਹ ਪਾਪ ਹੈ। ਉਹਦੀ ਆਪਣੀ ਡੈਫੀਨੇਸ਼ਨ ਪਾਪ ਦੀ। ਪਾਸ਼ਾ ਕਹਿੰਦੇ ਹਉ ਵਿੱਚ ਹਉ ਪਾਪ ਪੁੰਨ ਵਿਚਾਰ, ਵਿੱਚ ਹਉ ਦੇ ਫਸਿਆ ਪਾਪ ਪੁੰਨ ਦੀ ਵਿਚਾਰ ਕਰਦਾ। ਪਾਪ ਪੁੰਨ ਬਾਰੇ ਤਾਂ ਗਿਣਤੀਆਂ ਮਿਣਤੀਆਂ ਦੱਸਦਾ ਪਾਤਸ਼ਾਹ ਜੀ ਕਹਿੰਦੇ ਨੇ। ਤੇ ਵਿੱਚ ਹਉ ਵਿੱਚ ਨਰਕ ਸੁਰਗ ਅਵਤਾਰ। ਨਰਕ ਸੁਰਗ ਵੀ ਉਹ ਜਿਹੜਾ ਵਿਪਰ ਨੇ ਆਖਿਆ, ਉਹ ਨਰਕ ਸੁਰਗ ਨਹੀਂ। ਨਰਕ ਸੁਰਗ ਦੀ ਵੀ ਆਪਣੀ ਆਪਣੀ ਵਿਚਾਰ ਦੀ ਆਪਣੀ ਬਣੀ ਹੋਈ ਹੈ।
जिवें सचियार ते कूड़ियार दी है, पाप पुन दी है, नरक सुरग विच हों। हों विच भाव मन में जदों तक हों टिकी हुई है, कहने लगे हों विच नरक सुरग अवतार। नरक सुरग अवतार, नरक ते सुरग अवतार दा अर्थ हुंदा अवतरना, आउणा, बार बार जम्मण मरण की क्रिया विच पैना। पातशाह जी कहंदे ने कदी माड़ा जिहा चंगा काम करदा ते नरक नरक महसूस होण लग पैंदा, माड़ा जिहा चंगा काम करदा ते स्वर्ग महसूस होण लग पैंदा, माड़ा जिहा चंगा करदा स्वर्ग। ये नरक स्वर्ग इहदा अपना घड़िया होया, चंगा करदा माड़ा जिहा ते स्वर्ग, माड़ा जिहा दूजे बने तुरदा ते नरक। ये अपनी सोच घड़ी हुई है। हों विच नरक सुरग अवतार, कहते हों विच हस्सा है, हों विच रोवे। जदों तक इहदी हौमे नूं पट्ठे पैंदे, जदों तक इहदी हौमे भी खुराक ना, जिवें बंदे नूं भुख लगी होवे ते रोटी मिले, जदों तक बंदे दी हौमे नूं खुराक मिलती जाती है तो हसदा बड़ा। लिखा सी बंदा रोटी खाण लई ना दे ओहदी हौमे नूं जां खुराक पाई जाओ, वाह वाह भाई साहब विआह बड़े वेखे, पर जिहड़ा तुसीं बच्चे दा विआह कीता ना, अज तक कन्नां चों संगीत दी आवाज़ आउंदी, मेरे तो मूँह चो अजे तक स्वाद आई जाता सब्जियां का, तुहाडे घरों इदां कहणगे, फिर ऐ पट्ठे चंगी तरह पाउणगे, और नाल जिहड़े भड़पूंजे जे रखे होंदे ना, वो फिर इदां तरीफां करनगे, बड़े विआह वेखे, पर तुहाडा परां जा कहणगे निकम्मा विआह कीता इहने, सिरे दा निकम्मा। मूँह ते वडियाई करी जाणी। मंत्रियां नाल भी इहो कुछ हुंदा, पता मंत्रियां नूं भी हुंदा भी जिन्नी मूँह ते साडी वडियाई करदी है, पिठ पिछे कहंदे इहदे नाल दा निकम्मा लीडर कोई नहीं। अच्छा अद्धा घंटा पहलां निकम्मा कह रहे होंदे, बाबियां नाल भी ऐसा हुंदा, बाबिओ ध्यान अपने वाल भी रखिओ, तुहाडे बाहर भी इदां ही हो रहा। मूँह ते कहणगे आ, अगों पिछों कहणगे बल्ले बल्ले बल्ले, जो सामणगे बाबा जी की सारी किरपा, ਉਹੀ ਨਿਹਾਲ ਕਰਨ ਵਾਲੇ ਸਾਰੇ, ਉਹ ਤੇ ਚੜ੍ਹਦੀ ਕਲਾ ਵਿੱਚ। ਲੀਡਰ ਨਾਲ ਨਹੀਂ ਹੁੰਦਾ, ਅੱਗੋਂ ਮੈਂ ਲੀਡਰ ਨਿਕੰਮਾ ਕੱਖ ਨਹੀਂ ਕੀਤਾ ਇਹਨੇ ਸਾਡੇ ਇਲਾਕੇ ਲਈ। ਉਦੋਂ ਹੀ ਕਿਤੇ ਇਲਾਕੇ 'ਚ ਕਿਸੇ ਦੇ ਘਰ ਭੋਗ ਹੋਵੇ, ਲੀਡਰ ਸਾਹਿਬ ਆ ਜਾਂਦੇ ਆ, ਫੜ ਕੇ ਉਹ ਬੰਦਾ ਮਾਇਕ ਹੀ ਬੋਲਣਗੇ, ਸਾਡੇ ਇਲਾਕੇ ਦੇ ਵਿਧਾਇਕ ਸਾਹਿਬ ਆਏ ਆ, ਬੜਾ ਮਾਣ ਸਾਨੂੰ ਇਹਨਾਂ 'ਤੇ ਜੀ, ਸਾਡੇ ਇਲਾਕੇ ਦੇ ਥੰਮ ਇੱਦਾਂ ਕਹਿਣਗੇ। ਉਹ ਹੁਣ ਉਹਨੂੰ ਖੁਰਾਕ ਮਿਲਦੀ ਹੱਸ ਰਿਹਾ ਵਾ, ਅਤੇ ਜਦੋਂ ਹੋਂ ਮੈਨੂੰ ਖੁਰਾਕ ਨਾ ਮਿਲੇ ਫਿਰ ਹੁੰਦਾ ਵੀ ਆ। ਹੋਂ ਵਿੱਚ ਹੱਸੈ, ਹੋਂ ਵਿੱਚ ਰੋਵੈ, ਹੋਂ ਵਿੱਚ ਭਰੀਐ, ਵਿੱਚ ਹੋਂ ਭਰਦਾ ਵੀ ਆ। ਪਾਪਾਂ ਦੀ ਮੈਲ ਭਰੀ ਜਾਂਦੀ ਹੈ, ਹਉਮੈ ਮੈਲ ਹੀ ਹੈ ਨਾ ਵੈਸੇ, ਤਾਂ ਆਖਿਆ ਸੀ ਨਾ ਕਿ ਮਨ ਮੈਲਾ ਸਭ ਕੁਛ ਮੈਲਾ, ਤਨ ਧੋਤੇ ਮਨ ਹਛਾਨਾ ਹੋਏ। ਜਿੰਨਾ ਮਰਜ਼ੀ ਤਨ ਧੋਈ ਜਾ, ਮਨ ਤੇ ਮੈਲ ਨਾ ਭਰਿਆ ਪਿਆ। ਪਾਤਸ਼ਾਹ ਕਹਿੰਦੇ ਹੋਂ ਵਿੱਚ ਭਰੀਐ, ਹੋਂ ਵਿੱਚ ਧੋਵੈ। ਅੱਛਾ, ਧੋਣ ਦਾ ਯਤਨ ਵੀ ਕਰਦਾ ਹਉਮੈ ਨੂੰ, ਉਹਦੇ ਵੀ ਆਪਣੇ ਮਾਪਦੰਡ ਹੈ। ਦਿੱਲੀ ਦਾਸ ਕਥਾ ਜਦੋਂ ਬੰਗਲਾ ਸਾਹਿਬ ਕਰਦਾ ਹੁੰਦਾ ਸੀ, ਤੇ ਉੱਥੇ ਇੱਕ ਘਟਨਾ ਵਾਪਰੀ। ਇੱਕ ਗੁਰਦੁਆਰਾ ਸਾਹਿਬ ਮੈਂ ਇੱਦਾਂ ਸਮਾਗਮ 'ਤੇ ਗਿਆ, ਜਦੋਂ ਅਸੀਂ ਜੋੜਾ ਉਤਾਰ ਕੇ ਨਾ, ਜੁੱਤੀ ਉਤਾਰ ਕੇ ਜਦੋਂ ਰੱਖਣ ਲੱਗੇ ਜੋੜਾ ਘਰ, ਤੇ ਪੱਥਰ ਦੀ ਸਿਲ ਲੱਗੀ ਜਿੱਥੇ ਜੋੜਾ ਲਾ ਕੇ ਅੰਦਰ ਰੱਖੀਦਾ ਸੀ, ਉੱਥੇ ਬੰਦੇ ਦਾ ਨਾਮ ਲਿਖਿਆ। ਤੇ ਮੈਂ ਪੁੱਛ ਬੈਠਾ, ਮੈਂ ਕਿਹਾ ਜੀ ਆਮ ਤੇ ਲੋਕੀ ਕੰਧ ਨਾਲ ਪੱਥਰ ਲਾਉਂਦੇ ਆ, ਇਹ ਜਿੱਥੇ ਜੋੜਾ ਉਤਾਰੀਦਾ ਇੱਥੇ ਕੋਈ ਪੱਥਰ ਲਾਇਆ? ਤੋ ਹੱਸ ਕੇ ਵਿੱਚੋਂ ਬੰਦੇ ਦੱਸਣ ਲੱਗ ਪਏ, ਕਹਿੰਦੇ ਭਾਈ ਸਾਹਿਬ ਜੀ ਗੱਲ ਅਸਲ 'ਚ ਕੀ ਹੈ ਵੀ ਜਿਸ ਬੰਦੇ ਦਾ ਇੱਥੇ ਨਾਂ ਲਿਖਿਆ ਨਾ, ਉਹ 2 ਨੰਬਰ ਦਾ ਧੰਦਾ ਕਰਦਾ। ਪਤਾ ਸਾਰੇ ਇਲਾਕੇ ਨੂੰ ਹੈ, ਸਾਡੇ ਨੂੰ, ਸਾਰੇ ਇਲਾਕੇ ਨੂੰ ਪਤਾ ਵੀ ਕਮਾਈ ਪਿਓਰ 2 ਨੰਬਰ ਦੀ, ਪਿਓਰ 2 ਨੰਬਰ ਦੀ। ਇੱਕ ਹੁੰਦਾ ਨਾ ਬੰਦੇ ਦਾ ਥੋੜ੍ਹਾ 50-50 ਕਰੋ ਵੀ ਨਹੀਂ, ਵਿੱਚੋਂ ਚੰਗੀ ਵੀ ਹੈਗੀ ਆ, ਵੀ ਸਾਰਾ ਧੰਦਾ ਹੀ 2 ਨੰਬਰ ਦਾ। ਤੇ ਗੁਰਦੁਆਰੇ ਉਹਨੇ ਪੱਥਰ ਇਹ ਕਹਿ ਕੇ ਲਵਾਇਆ ਵੀ ਜਿੱਥੇ ਜੋੜੇ ਉਤਰਦੇ ਆ ਉੱਥੇ ਪੱਥਰ ਲਾਉਣਾ। ਕਾਫੀ ਉਹਨੇ ਪੱਥਰ ਦੀ ਸੇਵਾ ਕੀਤੀ, ਤੇ ਜਿੱਥੇ ਜੋੜਾ ਉਤਰਦਾ ਉੱਥੇ ਪੱਥਰ ਲਾਉਣਾ ਤੇ ਮੇਰਾ ਨਾਮ ਲਿਖਣਾ, ਤਾਂ ਕਿ ਸੰਗਤਾਂ ਦੇ ਜੋੜਿਆਂ ਦੀ ਰਾਖ ਮੇਰੇ ਨਾਂ ਤੇ ਪਵੇ ਤੇ ਮੇਰੇ ਪਾਪਾਂ ਦੀ ਮੈਲ ਲੈ ਜੇ। ਅੱਛਾ, ਪੁੱਠੇ ਕੰਮ ਨਹੀਂ ਛੱਡਣੇ, ਕੰਮ ਨਹੀਂ ਬਦਲਣੇ, ਤੇ ਪੱਥਰ ਦੇ ਉੱਤੇ ਆਪਣਾ ਨਾਮ ਲਿਖਾਤਾ। ਇਹਨੂੰ ਕਹਿੰਦੇ ਹੋਂ ਵਿੱਚ ਭਰੀਏ ਤੇ ਹੋਂ ਵਿੱਚ ਧੋਵੈ। ਇਹ ਵੀ ਹੋਂ ਵਿੱਚ ਵਾ, ਇਹਦੇ ਵਿੱਚ ਵੀ ਹਉਮੈ ਆ। ਕਿ ਵੇਖੋ ਜੀ, ਬੱਲੇ ਬੱਲੇ ਕਿੰਨੀ ਨਿਮਰਤਾ ਭਾਈ ਸਾਹਿਬ 'ਚ। ਪੱਥਰ ਉੱਥੇ ਲਵਾਇਆ ਜਿੱਥੇ ਜੋੜੇ ਲੈਂਦੇ ਆ, ਜੋੜੇ ਝਾੜਦੇ ਭਾਈ ਸਾਹਿਬ ਜੀ ਤੜਕੇ ਉੱਠ ਕੇ ਜਾ ਕੇ ਘਰੋਂ ਰੁਮਾਲ ਖੜਦੇ ਜੋੜੇ ਸਾਫ਼ ਕਰ ਲਈ। ਵਿੱਚ ਹੋਂ ਆ, ਕਈ ਘਰ ਨੂੰ ਸੱਸ ਦੀ ਨਹੀਂ ਬਣਦੀ, ਦਰਾਣੀ ਜਠਾਣੀ ਦੀ ਨਹੀਂ ਬਣਦੀ ਘਰ, ਤੇ ਗੁਰਦੁਆਰੇ ਚੱਲ ਜਾਣਾ ਕਿਤੇ ਤੋਂ ਬਾਹਰ, ਉਹ ਹੁਣ ਦਰਾਣੀ ਮੱਥਾ ਟੇਕ ਕੇ ਪਹਿਲਾਂ ਚਲੇ ਗਈ, ਜਠਾਣੀ ਬਾਅਦ 'ਚ ਆਈ, ਜਾਂ ਜਠਾਣੀ ਮੱਥਾ ਟੇਕ ਕੇ ਪਹਿਲਾਂ ਚਲੇ ਗਈ, ਦਰਾਣੀ ਬਾਅਦ 'ਚ ਆਈ, ਤਾਂ ਉਹ ਇੱਦਾਂ ਜੋੜੇ ਸਾਫ਼ ਕਰ ਰਹੀ ਬਾਹਰ। ਉਹ ਅੰਦਰੋਂ ਵੇਖ ਰਹੀ ਸ਼ੀਸ਼ੇ 'ਚ ਵੀ ਇਹਨੂੰ ਇਹ ਨਹੀਂ ਪਤਾ ਵੀ ਆਹ ਜੁੱਤੀ ਮੇਰੀ ਆ। ਸੱਸ ਪਹਿਲਾਂ ਮੱਥਾ ਟੇਕ ਆਈ, ਨੂੰਹ ਮਗਰੋਂ ਗਈ, ਉੱਦਾਂ ਨਹੀਂ ਬਣਦੀ। ਸਹੁਰੇ ਦੀ ਵੀ ਜੁੱਤੀ ਸਾਫ਼ ਕਰਤੀ, ਸੱਸ ਦੀ ਵੀ ਕਰਤੀ, ਤੂੰ ਅੰਦਰੋਂ ਹੱਸਦੀ ਹੈ ਵੀ ਇੱਥੇ ਜੁੱਤੀਆਂ ਸਾਫ਼ ਕਰਦੀਆਂ, ਘਰ ਮਾਰਦੀਆਂ। ਮੈਂ ਨਹੀਂ ਕਹਿੰਦਾ ਵੀ ਨੂੰਹ ਹੀ ਮਾਰਦੀ, ਸੱਸ ਵੀ ਮਾਰ ਸਕਦੀ ਆ, ਸਹੁਰਾ ਵੀ ਮਾਰ ਸਕਦਾ, ਪਤੀ ਵੀ ਮਾਰ ਸਕਦਾ, ਪਤਨੀ ਵੀ ਮਾਰ ਸਕਦੀ, ਕੋਈ ਵੀ ਮਾਰ ਸਕਦਾ ਹੈ। ਪਰ ਕਈ ਵਾਰੀ ਬੰਦਾ ਵਿੱਚ ਹੋਂ ਕਰਕੇ, ਹਉਮੈ ਵਿੱਚ ਹੀ ਕਈ ਵਾਰੀ ਵੇਖਣ ਨੂੰ ਲੱਗਦਾ ਵੀ ਜੋੜਾ ਕਰਨ ਵਾਲਾ ਨਿਮਰਤਾ 'ਚ ਹੈ, ਪਰ ਕਈ ਵਾਰੀ ਉਹ ਆਪਣੀ ਹਉਮੈ ਨੂੰ ਬਰਕਰਾਰ ਰੱਖਣ ਲਈ ਇਹ ਕੰਮ ਕਰਦਾ ਹੈ। ਪਾਤਸ਼ਾਹ ਜੀ ਕਹਿੰਦੇ ਨੇ ਹੋਂ ਵਿੱਚ ਭਰੀਐ,
वैसे हुण तुसीं देखो कई जोड़े घरां 'च उन्होंने बूट पॉलिश जां पॉलिश रखी हुंदी, ओह करदे, चलो ये तो गल मन्नी। कईयां रुमाल रखे हुंदे भी हद हो गई भी ये रुमाल साफ करके तां घरों रुमाल लेना, ओह जुत्ती ते फेर के घर लै जाना। भी निमरता बड़ी पाई सिर 'ਚ, जिੱਥੇ ਇੱਥੋਂ ਜਲ ਲੈ ਕੇ ਪੀਣਾ, ਇਹਦੇ ਨਾਲ ਕੀ ਹੋ ਜਾਏਗਾ ਜੀ? ਨਿਮਰਤਾ ਹੁੰਦੀ ਹੈ। ਮਾੜਾ ਜਿਹਾ ਛੇੜ ਕੇ ਵੇਖੋ ਭਲਾ ਨਿਮਰਤਾ ਡੁੱਲ ਡੁੱਲ ਪੈਂਦੀ ਜੀ ਉੱਤੇ, ਲੜਨ ਤੱਕ ਨਹੀਂ ਆਉਂਦੇ ਉੱਤੇ। ਗੁਰਦੁਆਰਿਆਂ ਵਿੱਚ ਧੱਕੇ ਨਹੀਂ ਵੱਜਦੇ ਇੱਕ ਦਿਨ, ਗਾਂਹ ਹੋ ਕੇ ਪ੍ਰਸ਼ਾਦਾ ਛਕੂ ਜੇ ਬਾਹੋਂ ਫੜ ਫੜ ਤੋੜਦੇ ਉੱਤੇ, ਫਿਰ ਤਾਂ ਨਿਮਰਤਾ ਦੇ ਪਹੁੰਚ ਹੋਣੀ ਚਾਹੀਦੀ ਸੀ ਬੰਦੇ ਸਾਰੇ ਉੱਥੇ। ਹਾਂ ਵਿੱਚ ਭਰੀਏ, ਹਾਂ ਵਿੱਚ ਧੋਵੈ, ਧੋਣ ਦਾ ਨਾਟਕ ਵੀ ਕਰਦਾ ਤੇ ਵਿੱਚ ਹਾਂ ਕਰਕੇ ਕਰਦਾ। ਤੇ ਪਾਸ਼ਕ ਨੇ ਹਾਂ ਵਿੱਚ ਜਾਤੀ ਜਿਨਸੀ ਖੋਵੈ, ਉੱਦਾਂ ਜਾਤ ਪਾਤ ਨੂੰ ਮੰਨਦਾ ਪਰ ਕਈ ਵਾਰੀ ਆਪਣੀ ਹਉਮੈ ਨੂੰ ਬਰਕਰਾਰ ਰੱਖਣ ਦਾ ਵਿੱਚ ਹਾਂ ਕਰਕੇ ਜਾਤੀ ਜਿਨਸੀ ਇਹਨਾਂ ਨੂੰ ਖੋਹ ਵੀ ਦਿੰਦਾ, ਪਰਾਂ ਵੀ ਕਰਨ। ਤਾਂ ਕਿ ਨਾ ਛੇਵੇਂ ਕਾਮ ਨਾ ਪੁੱਛੇ ਜਾਤ, ਜਦੋਂ ਕਾਮ ਵਾਸ਼ਨਾ ਸਿਰ ਨੂੰ ਚੜ੍ਹਦੀਆਂ ਉਦੋਂ ਜਾਤ ਪਾਤ ਪਾਸੇ ਕਰ ਦਿੰਦਾ, ਵਿੱਚ ਹਾਂ ਉਹਦੇ ਨਹੀਂ ਮੈਨੂੰ ਕੋਈ ਇਤਰਾਜ਼ ਥੋੜ੍ਹਾ, ਆਪਾਂ ਜਾਤਾਂ ਪਾਤਾਂ ਨੂੰ ਮੰਨਦੇ ਨਹੀਂ, ਉੱਦਾਂ ਜਾਤਾਂ ਪਾਤਾਂ ਨੂੰ ਪੂਰਾ ਮੰਨਦਾ। ਪਰ ਕਈ ਵਾਰੀ ਹਉਮੈ ਨੂੰ ਬਰਕਰਾਰ ਰੱਖਣ ਲਈ ਵਿੱਚ ਹਾਂ ਕਰਕੇ ਜਾਤੀ ਜਿਨਸੀ ਖੋਵੇ। ਹਾਂ ਵਿੱਚ ਮੂਰਖ, ਹਾਂ ਵਿੱਚ ਸਿਆਣਾ, ਤੇ ਵਿੱਚ ਹਾਂ ਕਰਕੇ ਕਈ ਵਾਰੀ ਮੂਰਖ ਤੇ ਕਦੀ ਸਿਆਣਾ ਬਣ ਜਾਂਦਾ। ਉਹਦੇ ਕੰਮ ਬਣਾਉਂਦੇ ਨੇ ਨਾ ਮੂਰਖ ਤੇ ਸਿਆਣਾ। ਚਾਰ ਕੰਮ ਚੰਗੇ ਕਰਤੇ ਤੇ ਸਿਆਣਾ ਕਹਿਣ ਲੱਗ ਪਏ, ਚਾਰ ਕੰਮ ਮਾੜੇ ਕੀਤੇ ਤੇ ਮੂਰਖਾਂ ਦੀ ਲਾਈਨ ਵਿੱਚ ਖੜਾ ਕਰਤਾ। ਪਾਤਸ਼ਾਹ ਕਹਿੰਦੇ ਪਤਾ ਕਿਉਂ ਹੋ ਰਿਹਾ? ਕਿਉਂਕਿ ਮੋਖ ਮੁਕਤ ਕੀ ਸਾਰ ਨਾ ਜਾਣਾ। ਇਹਨੂੰ ਮੋਖ ਮੁਕਤੀ ਦੀ ਸਾਰ ਹੀ ਨਹੀਂ ਪਤਾ, ਇਹਨੂੰ ਪਤਾ ਹੀ ਹੈ ਨਹੀਂ। ਹੁਣ ਮੋਖ ਕਿਤੋਂ ਲੈਣੀ ਹੈ? ਵਿੱਚ ਹੋਣ ਤੋਂ, ਹਉਮੈ ਤੋਂ ਮੁਕਤੀ ਲੈਣੀ ਹੈ। ਹੁਣ ਇਹ ਸਮਝ ਆ ਗਈ ਨਾ, ਹਉਮੈ ਜਿਉਂਦੇ ਬੰਦੇ ਨੂੰ ਤੇ ਮੁਕਤੀ ਵੀ ਜਿਉਂਦੇ ਚਾਹੀਦੀ ਨਾ। ਮੋਖ ਮੁਕਤ ਕੀ ਸਾਰ ਨਾ ਜਾਣੇ ਨੂੰ ਕਦਰ ਨਹੀਂ ਆ। ਕਹਿੰਦੇ ਹਉ ਵਿੱਚ ਮਾਇਆ, ਹਉ ਵਿੱਚ ਹੀ ਮਾਇਆ ਵਾ, ਤੇ ਹਉ ਵਿੱਚ ਛਾਇਆ। ਛਾਇਆ ਮੀਨ ਕੀ ਹੈ? ਪਰਛਾਵਾਂ, ਪ੍ਰਭਾਵ। ਹਉਮੈ ਦਾ ਮਾਇਆ ਦਾ ਅਰਥ ਹੈ ਪਕੜ। ਹਉ ਵਿੱਚ ਮਾਇਆ, ਹਉ ਵਿੱਚ ਛਾਇਆ, ਵਿੱਚ ਹਉ ਹੀ ਮਾਇਆ ਵਾ, ਵਿੱਚ ਹਉ ਹੀ ਇਹਦਾ ਪ੍ਰਭਾਵ ਆ। ਇਸੇ ਕਰਕੇ ਜੰਮਣ ਮਰਨ ਦੀ ਪ੍ਰਕਿਰਿਆ ਜਿਹੜੀ ਹੈ ਉਹ ਬਰਕਰਾਰ ਹੈ। ਹਉ ਵਿੱਚ ਮਾਇਆ, ਹਉ ਵਿੱਚ ਛਾਇਆ, ਹਉਮੈ ਕਰ ਕਰ ਜੰਤ ਪਾਇਆ। ਇਸੇ ਹਉ ਕਰਕੇ ਹੀ ਜੰਤ ਜੰਮਣ ਮਰਨ ਦੇ ਵਿੱਚ ਪਿਆ ਹੋਇਆ ਹੈ। ਹਉਮੈ ਇਹਨੂੰ ਜੰਮਣ ਮਰਨ ਵਿੱਚ, ਹਉਮੈ ਸੁੱਖਣ ਨਹੀਂ ਦਿੰਦੀ। ਬੰਦੇ ਦੀ ਤਰੱਕੀ 'ਚ ਸਭ ਤੋਂ ਵੱਡੀ ਰੁਕਾਵਟ ਹਉਮੈ ਹੈ। ਜਦੋਂ ਗੁਰੂ ਅਰਜਨ ਸਾਹਿਬ ਨੇ ਤਾਂ ਗਿਣਤੀ ਕੀਤੀ ਨਾ, ਉੱਥੇ ਸ਼ਬਦ ਵਰਤਿਆ ਹੈ ਹਉਮੈ। ਹਉਮੈ ਰੋਗ ਮਾਨੁਖ ਕੋ ਦੀਨਾ, ਕਾਮ ਰੋਗ ਮੈਗਲ ਬਸ ਲੀਨਾ, ਦ੍ਰਿਸ਼ਟ ਰੋਗ ਪਚ ਮੂਏ ਪਤੰਗਾ, ਨਾਦ ਰੋਗ ਖਪ ਗਏ ਕੁਰੰਗਾ, ਜੋ ਜੋ ਦੀਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਸਤਿਗੁਰ ਜੋਗੀ ਉੱਥੇ ਗਿਣਤੀ ਕੀਤੀ ਤੇ ਹਉਮੈ ਬੰਦੇ ਦੇ ਹਿੱਸੇ ਆਈ ਹੈ। ਮੈਂ ਇੱਦਾਂ ਕੀਤਾ, ਵੈਸੇ ਮੈਂ ਆਹ ਕੰਮ ਕੀਤਾ, ਇਹ ਹਉਮੈ ਨਹੀਂ ਆ। ਮੈਂ ਆਹ ਕੰਮ ਕੀਤਾ ਤਾਂ ਸਿਰਫ ਮੈਂ ਹੀ ਕਰ ਸਕਦਾ, ਦੂਜਾ ਤੇ ਦੁਨੀਆ ਤੇ ਕੋਈ ਬੰਦਾ ਆਇਆ ਹੀ ਨਹੀਂ ਇਹ ਕੰਮ ਕਰ ਦੇਵੇ, ਦੂਜੇ ਕਿਸੇ ਕੋਲ ਹੋਣਾ ਹੀ ਨਹੀਂ। ਜਿੰਨਾ ਮੇਰਾ ਦਿਮਾਗ ਕੰਮ ਕਰਦਾ ਇਹ ਵੀ ਕਿਸੇ ਨੂੰ, ਕਈ ਬੰਦੇ ਪਤਾ ਸਾਰਿਆਂ ਨੂੰ ਜਿੰਨਾ ਮੇਰਾ ਦਿਮਾਗ ਕੰਮ ਕਰਦਾ ਕਿਸੇ ਦਾ ਨਹੀਂ। ਇਹ ਕਈ ਬੰਦੇ ਇੱਦਾਂ ਦੇ ਬੰਦੇ ਨਾ, ਆਪਣੇ ਦਿਮਾਗ ਦੀ ਆਪੇ ਵਡਿਆਈ ਕਰੀ ਜਾਣੀ। ਉਹ ਭਲਿਆ ਤੇ ਤੇਰੇ ਵਿਹਾਰ ਨੇ ਦੱਸਣਾ, ਤੇਰੇ ਨਾਲ ਵਾਹ ਪੈਣ ਵਾਲਿਆਂ ਦੱਸਣਾ ਵੀ ਤੇਰਾ ਦਿਮਾਗ ਕਿੰਨਾ ਕੁ ਤੇਜ਼ ਹੈ। ਪਰ ਵਿੱਚ ਹਾਂ ਪਾਤਸ਼ਾਹ ਕਹਿੰਦੇ ਨੇ ਹਉਮੈ ਕਰ ਕਰ ਜੰਤ ਉਪਾਇਆ, ਹਉਮੈ ਬੁੱਝੇ। ਜਦੋਂ ਤੱਕ ਇਸ ਹਉਮੈ ਦੀ ਇਸ ਪ੍ਰਕਿਰਿਆ ਨੂੰ ਤੂੰ ਬੁੱਝਦਾ ਨਹੀਂ, ਤੈਨੂੰ ਦਰ ਦੀ ਸਮਝ ਨਹੀਂ ਆਉਣੀ। ਹਉਮੈ ਬੁੱਝੇ ਤਾਂ ਦਰ ਸੂਝੇ, ਤਾਂ ਹੀ ਤੈਨੂੰ ਉਹਦੇ ਦਰ ਦੀ ਸਮਝ ਪੈਣੀ ਹੈ। ਕਿਹੜੇ ਦਰ ਦੀ? ਸੋ ਦਰ ਕਿਹਾ, ਸੋ ਕਰਕੇ ਉਹ ਦਰ। ਹਉਮੈ ਬੁੱਝੇ ਤਾਂ ਦਰ ਸੂਝੇ, ਤੇ ਗਿਆਨ ਵੀ ਹੋਣਾ। ਗਿਆਨ ਤੋਂ ਸਖਣਾ ਰੱਬੀ, ਗਿਆਨ ਤੋਂ ਸਖਣਾ ਰੱਬੀ, ਸਮਝ ਤੋਂ ਸਖਣਾ। ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ। ਗਿਆਨ ਵੀ ਹੋਣਾ, ਕਥ ਕਥ ਲੁਝੇ। ਰੱਬ ਦੀ ਸਮਝ ਤੋਂ ਬਿਨਾਂ, ਸੱਚੇ ਗਿਆਨ ਤੋਂ ਬਿਨਾਂ ਕਥ ਕਥ ਕੇ ਆਖ ਆ ਕੇ ਲੁਝੇ, ਅੰਦਰੋਂ ਲੂਝਦਾ, ਸੜਦਾ ਹੈ। ਨਾਨਕ ਹੁਕਮੀ ਲਿਖੀਏ ਲੇਖ, ਜਿਹਾ ਵੇਖਿਆ ਤਿਹਾ ਵੇਖ। ਜਿੱਦਾਂ ਦਾ ਬੰਦਾ ਵੇਖਦਾ, ਜਿੱਦਾਂ ਦਾ ਬੰਦੇ ਦਾ ਵਿਹਾਰ ਹੈ, ਜਿੱਦਾਂ ਦਾ ਬੰਦਾ ਵਰਤੋਂ ਕਰਦਾ ਹੈ, ਜਿੱਦਾਂ ਦੇ ਬੰਦੇ ਦੇ ਅੰਦਰ ਸੰਸਕਾਰ ਹੈ, ਉੱਦਾਂ ਦੀ ਉਹਦੇ ਅੰਦਰ ਦੀ ਸ਼ਕਲ ਬਣ ਜਾਂਦੀ ਹੈ। ਤੇ ਨਾਨਕ ਹੁਕਮੀ ਲਿਖੇ ਲੇਖੇ, ਨਾਨਕ ਉੱਦਾਂ ਦਾ ਹੀ ਉਸ ਪਰਮੇਸ਼ਰ ਦੇ ਹੁਕਮ ਵਿੱਚ ਉਹਦੇ ਮੱਥੇ ਤੇ ਲੇਖ ਲਿਖਿਆ ਜਾਂਦਾ ਹੈ। ਇਹਦਾ ਮਤਲਬ ਲੇਖ ਚੰਗਾ ਲਿਖਣਾ ਹੈ ਕਿ ਮਾੜਾ ਲਿਖਣਾ ਹੈ, ਇਹ ਬੰਦੇ ਤੇਰੇ ਆਪਣੇ ਹੱਥ ਵਿੱਚ ਹੈ। ਤਾਂ ਹੀ ਆਖਦੇ ਨੇ ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ। ਹੁਣ ਆਹ ਮਸਤਕ ਭਾਗ ਹੈ ਨਾ, ਇਹ ਤੇਰੇ ਆਪਣੇ ਹੱਥ ਵੱਸ ਹੈ। ਜਿਵੇਂ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਨੇ ਨਹੀਂ ਕਿਹਾ, ਏਤ ਖਜ਼ਾਨੇ ਲਿਆ ਰਲਾਏ, ਉਹ ਇਸ ਖਜ਼ਾਨੇ ਵਿੱਚ ਉਹੀ ਭਾਈਵਾਲ ਬਣੇਗਾ। ਪਿਓ ਦਾਦੇ ਕਾ ਖੋਲ ਡਿਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਧਾਨਾ, ਰਤਨ ਲਾਲ ਜਾਂ ਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ, ਖਾਵੇਂ ਖਰਚੇ ਰਲ ਮਿਲ ਭਾਈ, ਟੋਟ ਨਾ ਆਵੇ ਵੱਧ ਹੋ ਜਾਈ,
कहो नानक जिस मस्तक लेख लिखाए सोएत खजाने लै रलाए। जिस मस्तक, जिन्हें अपने मस्तक ते ये लेख लिख लिया, जिवें डॉक्टरी लिखी जाती है, ला लिखिया जाता है, जो भी बंदा इत्थे लिखता इत्थों सियाणा बनता है। कहो नानक जिस मस्तक लेख लिखाए सोएत खजाने लै रलाए, वो इस खजाने का भाईवाल बन गए। कहो नानक पातशाह कहने लगे, हे नानक जेड़ा बंदा उस हुक्मी दी हुक्म क्रिया नूं समझ गया, नानक हुक्मी लिखिए लेख जिहा वेखें तिहा वेख। हे नानक उहदा हुक्म अनुसार उहदे मत्थे ते ये लेख लिखिया जाएगा, किहदे ते, जेड़ा बंदा जिद्दां दे संस्कार करदा। आओ अपने संस्कार चंगे करिए ते चंगी अपने अंदर दी शख्सियत बनाइए, ताकि साड़ा लेख भी चंगा लिखिया जा सके। वड्याई वड्डा पाया पौड़ी नाल रखना भी, वड्याइयां द्वारा ही उस वड्डे की प्राप्ति होनी है। इहदा अर्थ हौं विच रुकावट है वड्डे तक पहुँचण दी। इहनूं आपां समझीए ते आपां जिंदगी दे विच सचियारा बनने की कोशिश करिए। जदों असीं गुरु के उपदेश नूं समझांगे, ज्ञान भी होना कत कत लूझे। ये ज्ञान तो सखना बंदा कत कत के आख आके खिजदा है, लूझदा है। नानक हुक्मी लिखिए लेख जिहा वेखें तिहा वेख। आओ साध संगत 7 नंबर पौड़ी के नाल जिहड़े 2 सलोक आए ने, उन्हां सलोकां विचों पहले सलोक की अज आपां विचार तुहाडे नाल सांझी कीती है। इस तो अगला सलोक गुरु अंगद साहिब सच्चे पातशाह जी का है। उहदे विच भी गुरुदेव पिता महाराज जी नाल इस सलोक नाल रलदे विचार जिहड़े आ वो साडे सामने रखे ने। आपां कल इस तरह ही आपां इस अगले सलोक की विचार तुहाडे नाल सांझी करांगे। आपां समझते जाइए तो जिहड़ी साडी जिंदगी च सब तो वड्डी खड़ोत है इस हौं करके, विच हौं करके, जिहड़ी सानूं अगे नहीं वधन दिंदी, आओ इहनूं परां कढीए। कई वारी धी भी घर च सियाणी गल कर सकती है, नूंह भी कर सकती है, सस भी कर सकती है, पत्नी पति भी, कोई भी जी का पुत भी कर सकता है, दादा भी कर सकता है, पोतरे कोलों भी दादे नूं कुछ सीखण लई मिल सकता है, दादी नूं सीखण लई मिल सकता है, कोई भी सियाणा हो सकता है। पर कई वारी विच हौं करके त्रेड़ां पै जांदियां ने। आओ इन्हां त्रेड़ां नूं भरन की कोशिश करिए। सारिਆਂ ਦਾ ਧੰਨਵਾਦ। इन्ने क वचन प्रवान करने जी। अदब सत्कार नाल फतेह बुलाओ। साध संगत वाहिगुरू जी का खालसा वाहिगुरू जी की फतेह।